अमरदास पद बंद। रामदास अर्जुन गुरु बर श्री हरगोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच बेकार। तिन संतन को बंदना सिर चरणन पर तार। एकंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा श्री गुर चरण शरण पर। जन्म मरण हर पीर। ज्यों पारस रंकह मिला दारद रह ना तीर। श्री गुर चरण शरण पर। वाहिगुरु जी का खालसा वाहिगुरु जी की फतेह। धन धन साहिब श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। गुरु प्यारे गुरु सवारी साध संगत जीओ। आप जी वड्डियां कर्मां वाले वड्डियां भागां वाले वडभागी हो जो धन धन श्री गुरु ग्रंथ साहिब महाराज जी के पावन पवित्र दर्शन करके इस शरीर नूं सफला कर रहे हो। संध्या के समय तो ही बेअंत संगतां ने हाज़री भर के गुरु महाराज जी की पावन पवित्र बाणी के जाप सरवण करके लाहा प्राप्त किया है। सतगुरु जी के चरणों में नतमस्तक हो रही गुरु की संगतां ने गुरु महाराज पासों मन भाउंदे मन इच्छित फल गुरमत अनुसार भावनावां पूर्ण करते हैं। गुरु साहब जी की कृपा नाल जो अपन लड़ीवार रूप विच गुरु नानक साहब जी की कुछ महीनों तो कथा सरवण करते आ रहे हाँ। हुण उस कथा का समा होया है। जिवें गुरु नानक साहब जी काक पसुंड रिखी दे जो विहंगम साधु सी उहदे पास गए तो उसदी पुरी विच चरण पा के जो पहला ही बहुत सफल महान उन्होंने होर महान उच्चा किया। भाई मरदाना जी भाई बाला जी नूं नाल लैके दर्शन करवाए है। काक बसुंड साधु नाल
ਵਿਚਾਰ ਵਟਾਂਦਰੇ ਹੋਏ। ਉਸ ਤੋਂ ਬਾਅਦ ਜਿਹੜੀ ਹੈ ਭਾਈ ਬਾਲਾ ਜੀ ਨੇ ਸਾਰੀ ਪਿਛਲੇ ਜਨਮ ਦੀ ਕਥਾ ਕਾਕ ਬਸੁੰਡ ਸਾਧੂ ਨੂੰ ਪੁੱਛੀ। ਉਹ ਬੜੀ ਵਿਸਥਾਰ ਨਾਲ ਸਾਰੀ ਕਥਾ ਜਿਹੜੀ ਹੈ ਉਸ ਕਾਕ ਬਸੁੰਡ ਸਾਧੂ ਨੇ ਸੁਣਾਈ। ਫਿਰ ਮਿਲ ਜੁਲ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਚਲੇ ਗਏ। ਕਾਕ ਬਸੁੰਡ ਲਿਖੀ ਦੀ ਜਿਹੜੀ ਕਥਾ ਆਈ ਹੈ, ਸੰਪਰਦਾਇ ਮਹਾਂਪੁਰਸ਼ ਇਸ ਨੂੰ ਸਾਧੂ ਮਹਾਤਮਾ ਮੰਨਦੇ ਹੈ। ਪੁਰਾਣਾਂ ਵਿੱਚ ਇਹ ਕਥਾ ਕਾਂ ਦੇ ਸੰਬੰਧ ਵਿੱਚ ਆਈ ਵੀ ਇਹ ਜੋ ਲੋਮਸ ਰਿਸ਼ੀ ਦਾ ਦਿੱਤੇ ਹੋਏ ਸ਼ਰਾਬ ਕਰਕੇ ਇਹ ਬ੍ਰਾਹਮਣ ਕਾਂ ਬਣ ਗਿਆ ਸੀ। ਫਿਰ ਉਹ ਭਾਵੇਂ ਕਾਂ ਹੀ ਰਿਹਾ ਹੈ, ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਜਿਹੜਾ ਕਦੇ ਆਪਣੇ ਸਹਿ ਸਰੂਪ ਨੂੰ ਭੁੱਲਾਂ ਨਾ, ਸਦਾ ਹੀ ਮੈਨੂੰ ਗਿਆਨ ਬਣਿਆ ਰਹੇ। ਲੋਮਸ ਰਿਸ਼ੀ ਨੇ ਉਹੀ ਵਰ ਦਿੱਤਾ ਅਤੇ ਨਾਲ ਹੀ ਕਿਹਾ ਵੀ ਇਹ ਸਦਾ ਹੀ ਤੁਸੀਂ ਜਿਹੜਾ ਹੈ ਗਿਆਨਵਾਨ ਰਹੋਗੇ, ਕਿਸੇ ਵੀ ਸਰੀਰ ਵਿੱਚ ਹੋਵੋ। ਇੱਕ ਹੋਰ ਵਰ ਦਿੰਦੇ ਆ ਵੀ ਜਿੰਨਾ ਚਿਰ ਤੁਹਾਡੀ ਆਪਣੀ ਇੱਛਾ ਨਹੀਂ ਹੋਵੇਗੀ ਉਹਨਾਂ ਚਿਰ ਤੁਹਾਡੀ ਮੌਤ ਨਹੀਂ ਹੋਏਗੀ, ਸਦਾ ਤੁਸੀਂ ਅਟਲ ਰਹੋਗੇ। ਪੁਰਾਣਾ ਮੁਤਾਬਕ ਫਿਰ ਉਸੇ ਤਰ੍ਹਾਂ ਹੀ ਜਿਵੇਂ ਇੱਥੇ ਕਥਾ ਆਈ ਹੈ ਅਤੇ ਕਾਕ ਬਸੁੰਡ ਨੇ ਕਿਹਾ ਵੀ ਠੀਕ ਹੈ ਗੁਰੂ ਜੀ, ਤੁਹਾਡਾ ਬਚਨ ਸੱਤ ਹੋਵੇ, ਮੈਂ ਕਾਂ ਹੀ ਰਹਾਂ, ਪਰ ਤੁਹਾਡੀ ਤਪ ਤਪੱਸਿਆ ਕਰਕੇ, ਪਰਮੇਸ਼ਰ ਦੀ ਤਪ ਤਪੱਸਿਆ ਕਰਕੇ ਸਦਾ ਹੀ ਕਾਇਮ ਰਹਾਂ। ਇਸ ਕਰਕੇ ਇਹ ਭਾਈ ਬਾਲਾ ਹੁਣ ਮੈਂ ਸਰੀਰ ਛੱਡ ਕੇ ਖੁਸ਼ ਨਹੀਂ ਹਾਂ। ਇਸੇ ਸਰੀਰ ਵਿੱਚ ਹੀ ਮੈਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਰਸ ਪਾਇਆ ਹੈ। ਬੇਅੰਤ ਜਿਹੜੀ ਆਪਣੀ ਉਮਰ ਜਣਾਈ, 4 ਯੁੱਗ ਵੀ ਨਹੀਂ, ਕਈ ਬ੍ਰਹਮੇ ਜਿਹੜੇ ਉਹ ਚਲੇ ਗਏ ਹੈ, ਫਿਰ ਵੀ ਕਹਿੰਦੇ ਮੈਂ ਇੱਥੇ ਬੈਠ ਕੇ ਪਰਮੇਸ਼ਰ ਦੇ ਜਿਹੜੇ ਗੁਣ ਹੈ ਉਹ ਗਾਉਂਦਾ ਹਾਂ। ਇਵੇਂ ਜਿਹੜੇ ਮਹਾਂਪੁਰਸ਼ਾਂ ਮੁਤਾਬਕ ਡਾਕਟਰ ਵੀਰ ਸਿੰਘ ਦੀ ਟੂਕ ਮੁਤਾਬਕ ਵੀ ਕਾਕ ਬਸੁੰਡ ਲਿਖੀ ਜਿਹੜਾ ਉਹ ਸਾਧੂ ਵਿਹੰਗਮ ਹੋਇਆ ਹੈ। ਅਤੇ ਜੇ ਉਹ ਪੁਰਾਣਾ ਮੁਤਾਬਕ ਆਪਾਂ ਕਿ ਕਾਂ ਦੀ ਦੇਹੀ ਵਾਲਾ ਵੀ ਸਮਝ ਲਈਏ ਤਾਂ ਤਾਂ ਵੀ ਕੋਈ ਏਡੀ ਗੱਲ ਨਹੀਂ ਹੈ, ਕਿਉਂਕਿ ਐਸੇ ਦੇ ਕਈ ਪ੍ਰਮਾਣ ਸਾਖੀਆਂ ਦੇ ਹੈ ਜਿਨ੍ਹਾਂ ਨੇ ਕਿਸੇ ਵੀ ਸਰੀਰ ਵਿੱਚ ਰਹਿ ਕੇ ਉਹ ਪਰਮੇਸ਼ਰ ਦਾ ਗਿਆਨ ਪਿਛਲੀ ਸੁੱਧ ਨਹੀਂ ਭੁਲਾਈ ਸੀ। ਅਤੇ ਜਿਵੇਂ ਇਹ ਸਮਝ ਲੈਣਾ ਕਿ ਪਰਮੇਸ਼ਰ ਦੀ ਭਗਤੀ ਕਰਕੇ ਵੀ ਕਾਂ ਦੀ ਦੇਹੀ ਰਹਿਣੀ, ਇਹ ਅਸੀਂ ਨਹੀਂ ਮੰਨਦੇ ਹਾਂ, ਇਹ ਵੀ ਕੋਈ ਏਡੀ ਗੱਲ ਨਹੀਂ ਹੈ, ਕਿਉਂਕਿ ਉਹ ਗੁਰੂ ਜੀ ਨੇ, ਪਰਮਾਤਮਾ ਨੇ ਇੱਕ ਵਿਧ ਬਣਾਈ ਹੈ ਵੀ ਹਰ ਇੱਕ ਨੂੰ ਵਡਿਆਈ ਦਿੱਤੀ ਹੈ। ਸਭ ਤੋਂ ਨੀਵੀਂ ਜਾਤੀ ਕਾਂ ਦੀ ਹੈ। ਕਾਂ ਪੰਛੀ ਨੀਵੀਂ ਜਾਤੀ ਦਾ ਹੈ, ਪੰਛੀਆਂ ਵਿੱਚੋਂ ਗੰਦਗੀ ਖਾਂਦਾ ਹੈ, ਅਤੇ ਜਿਸ ਕਰਕੇ ਵਡਿਆਈ ਵੀ ਪਰਮਾਤਮਾ ਦੇ ਸਕਦਾ ਹੈ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਕਿ ਜਿਹੜੇ ਨੀਚ ਜਾਤ ਦੇ ਹੈ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਉਹ ਉੱਤਮ ਪਦਵੀ ਪਾ ਲੈਂਦੇ ਹੈ। ਜਿਵੇਂ ਪੁਰਾਣਾ ਮੁਤਾਬਕ ਮੰਨ ਲਈਏ ਤਾਂ ਕਾਕ ਬਸੁੰਡ ਜੋ ਕਾਂ ਦੀ ਦੇਹੀ ਵਾਲਾ ਇਹ ਸਾਧੂ ਜਾਂ ਕਾਂ ਦੇਹੀ ਵਿੱਚ ਰਹਿਣ ਵਾਲੇ ਇਹ ਸੰਤ ਮਹਾਨ, ਇਹਨਾਂ ਨੇ ਇਸੇ ਤਰ੍ਹਾਂ ਪਦਵੀ ਪਾਈ ਹੈ, ਉੱਚ ਪਦਵੀ। ਫਿਰ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੱਤਾਤਰੇय ਜੋ ਮਹਾਨ ਜਤੀ ਹੋਇਆ ਉਸ ਦੇ ਪਾਸ ਚਲੇ ਗਏ, ਜਿਸ ਨੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ 24 ਗੁਰੂ ਧਾਰਨ ਕੀਤੇ। ਬਗਲਾ ਧਾਰਨ ਕੀਤਾ, ਮੱਕੜੀ, ਤਿਤਲੀ, ਜ਼ਿਮੀਦਾਰ, ਵੇਸਵਾ, ਪਿੰਗਲਾ, ਕੁਆਰੀ ਕੰਨਿਆ, ਬੱਚੇ, ਹਰ ਇੱਕ ਤੋਂ ਕੋਈ ਨਾ ਕੋਈ ਗੁਣ ਲਿਆ। ਉਹ ਗੁਣ ਦੀ ਪ੍ਰਾਪਤੀ ਕਰਕੇ ਅਖੀਰੀ ਪਰਮੇਸ਼ਰ ਦੇ ਰੰਗ ਵਿੱਚ ਰੰਗੇ, ਮਹਾਨ ਹੀ ਪਦ ਪ੍ਰਾਪਤ ਕੀਤਾ। ਜਿਸ ਕਰਕੇ ਚੁੱਪ ਧਾਰਨ ਕੀਤੀ ਹੋਈ ਸੀ, ਨੇਤਰ ਬੰਦ। ਇਸ ਤਰ੍ਹਾਂ ਭਾਈ ਮਰਦਾਨਾ ਵੇਖ ਕੇ ਬੋਲੇ ਮਹਾਰਾਜ ਕੌਣ ਹੈ ਐਸੇ ਮਹਾਨ ਜਿਨ੍ਹਾਂ ਦੀ ਦੇਹ ਬੜੀ ਭਾਰੀ ਹੈ, ਸਰੀਰ ਬੜਾ ਤਕੜਾ ਹੈ,
ਤੇ ਮੁੱਖੋਂ ਚੁੱਪ ਧਾਰੀ ਹੋਈ ਹੈ। ਇਹਨਾਂ ਨੂੰ ਬੁਲਾਉਣਾ ਚਾਹੀਦਾ, ਇਹਨਾਂ ਦੇ ਬਚਨ ਸੁਣਨੇ ਚਾਹੀਦੇ ਹੈ। ਗੁਰੂ ਸਾਹਿਬ ਨੇ ਦੱਸਿਆ ਵੀ ਭਾਈ ਮਰਦਾਨਾ ਬਾਲਾ ਹੈ ਤੇ ਦੱਤਾਤਰੇय ਹੈ ਮਹਾਨ ਜਤੀ, ਜਿਸ ਨੇ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ 24 ਗੁਰੂ ਧਾਰਨ ਕੀਤੇ। ਫਿਰ ਉਹ ਭਾਈ ਬਾਲਾ ਜੀ ਦੇ ਕਹਿਣੇ ਕਰਕੇ ਬੁਲਵਾਇਆ ਵੀ ਇਹ ਦੱਤਾਤਰੇय, ਸਰੀਰ ਦੇ ਹੁੰਦਿਆਂ, ਜਿੰਦ ਜਾਨ ਹੁੰਦਿਆਂ, ਸਵਾਸ ਚੱਲਦਿਆਂ ਵੀ ਤੁਸੀਂ ਕਿਉਂ ਨਹੀਂ ਬੋਲਦੇ? ਜਿੰਨਾ ਚਿਰ ਸਰੀਰ 'ਚ ਸਵਾਸ ਹੈ ਉਹਨਾਂ ਚਿਰ ਤੇ ਬੋਲਣਾ ਚਾਹੀਦਾ ਹੈ। ਨੇਤਰਾਂ ਨਾਲ ਸੰਸਾਰ ਵੇਖੋ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਸਭ ਵਿੱਚ ਪਰਮੇਸ਼ਰ ਵਿਆਪਕ ਹੈ। ਦੇਖੋ, ਪਰਮੇਸ਼ਰ ਨੂੰ ਜਾਣੋ, ਚਿੱਤ ਨਾ ਡਲਾਓ, ਮਨ ਸਥਰ ਰੱਖੋ ਤੇ ਆਪ ਵਿਚਾਰ ਕਰੀਏ। ਫਿਰ ਦੱਤਾਤਰੇय ਬੋਲਿਆ, ਮਹਾਰਾਜ ਮੇਰਾ ਤੇ ਇਹ ਸੰਸਾਰ ਦੇ ਨਾਲ ਕੋਈ ਕੰਮ ਕਾਜ ਹੀ ਨਹੀਂ ਹੈ, ਮੈਨੂੰ ਬੋਲਣ ਦਾ ਮੇਰਾ ਸੁਭਾਅ ਨਹੀਂ ਹੈ, ਨਿਰਾਸ਼ਾ ਹੋਇਆ ਹਾਂ, ਕੋਈ ਆਸ ਨਹੀਂ ਰਹੀ। ਫਿਰ ਗੁਰੂ ਸਾਹਿਬ ਨੇ ਬੜੀ ਵਡਿਆਈ ਕੀਤੀ ਵੀ ਤੁਸੀਂ ਧੰਨ ਹੋ, ਮਹਾਨ ਹੋ, ਜਿਨ੍ਹਾਂ ਦੀ ਵੀ ਬੁੱਧੀ, ਚਿੱਤ, ਮਨ ਹਰ ਵਕਤ ਅਡੋਲ ਹੈ, ਡੋਲਣ ਤੋਂ ਰਹਿਤ, ਮਹਾਨ ਪਦ ਪਾਇਆ ਹੈ। ਇਹ ਵਿਚਾਰ ਕਰਕੇ ਫਿਰ ਕੁਝ ਸਮਾਂ ਗੁਰੂ ਸਾਹਿਬ ਜੀ ਉੱਥੇ ਰੁਕੇ। ਦੱਤਾਤਰੇय ਦੇ ਨਾਲ ਮਿਲ ਜੁਲ ਕੇ ਅਖੀਰੀ ਨਮਸਕਾਰਾਂ ਕਰਕੇ ਗੁਰੂ ਸਾਹਿਬ ਜੀ ਅੱਗੇ ਚੱਲੇ ਹੈ। ਅੱਗੇ ਜਾ ਕੇ ਜਿਵੇਂ ਪ੍ਰਹਿਲਾਦ ਭਗਤ ਦੀ ਪੁਰੀ ਆਈ, ਉਹ ਪ੍ਰਸੰਗ ਅੱਜ ਆ ਰਹੇ ਹੈ ਤੇ ਨਾਲ ਹੀ ਮੰਗਲ ਕਰ ਰਹੇ ਹੈ। ਮਨ ਦੇ ਪਰਥਾਏ ਵੀ ਹੈ ਮਨਾ, ਤੂੰ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਲਾ, ਜਿਸ ਕਰਕੇ ਤੇਰਾ ਜੰਮਣ ਮਰਨ ਦੀ ਜਿਹੜੀ ਪੀੜਾ ਬੜੀ ਦੁੱਖ ਦੇਣ ਵਾਲੀ, ਉਹ ਤੇਰੀ ਖਤਮ ਹੋ ਜਾਏਗੀ। ਇਸੇ ਤਰ੍ਹਾਂ ਸਰੋਤੇ ਨੂੰ ਕਹਿ ਰਹੇ ਵੀ ਸਰੋਤੇ ਜਨੋ, ਕਥਾ ਸੁਣਨ ਵਾਲਿਓ, ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਮਿਲ ਜਾਓ, ਸ਼ਰਨ ਪੈ ਜਾਓ, ਜੰਮਣ ਮਰਨ ਦੀ ਜਿਹੜੀ ਪੀੜਾ ਤੁਹਾਡੀ ਨਾਸ ਖਤਮ ਹੋ ਜਾਏਗੀ। ਐਵੇਂ ਉਹ ਉੱਤਮ ਭਗਤੇ ਦੀ ਨਿਆਈ, ਜਿਹੜਾ ਕੋਈ ਆਪਣੇ ਮਨ ਨੂੰ ਕਵੇ, ਜਿਵੇਂ ਗੁਰੂ ਸਾਹਿਬ ਕਾਫੀ ਵਰਤਦੇ ਸ਼ਬਦ, ਰੇ ਮਨ ਕੌਣ ਕਮਤੈ ਲੀਨੀ, ਅਤੇ ਉਹ ਉੱਤਮ ਭਗਤੇ ਦਾ ਉਹ ਇੱਕ ਪੱਖ ਹੈ। ਇੱਕ ਹੁੰਦਾ ਮੱਧਮ ਭਗਤਾ, ਕਿ ਜਿਹੜਾ ਕਿਸੇ ਨੂੰ ਸੰਬੋਧਨ ਕਰਕੇ ਕਹਿਣਾ। ਇੱਕ ਹੁੰਦਾ ਕਨਿਸ਼ਟ, ਵੀ ਜਿਹੜਾ ਠਾਹ ਕਰਦੀ ਗੱਲ ਕਿਸੇ ਦੇ ਮੂੰਹ 'ਤੇ ਮਾਰਦਾ ਹੈ ਸਿੱਧਾ ਹੀ, ਕਿ ਤੂੰ ਸੁਧਰਨਾ ਕਿ ਜਾਂ ਤੈਨੂੰ ਦੂਸਰੀ ਤਰ੍ਹਾਂ ਸੁਧਾਰੀਏ। ਇਵੇਂ ਉੱਤਮ ਭਗਤੇ ਦੀ ਜਾਂ ਮੱਧਮ ਭਗਤੇ ਦੀ ਨਿਆਈ, ਦੋਵੇਂ ਰੂਪਾਂ ਦੇ ਨਾਲ ਇਹ ਮੰਗਲ ਸਮਝ ਲੈਣਾ। ਭਾਈ ਸੰਤੋਖ ਸਿੰਘ ਜੀ ਜਿਵੇਂ ਕਰ ਰਹੇ ਹੈ, ਉਹ ਆਪਾਂ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਚਰਨਾ ਸ਼ਰਨ ਪਰ। ਭਾਈ ਸੰਤੋਖ ਸਿੰਘ ਜੀ ਮਨ ਨੂੰ ਹੀ ਕਹਿੰਦੇ ਹੋਏ ਆਪਣੇ ਨੂੰ ਕਿ ਹੇ ਮਨਾ, ਜੋ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹੈ, ਉਹਨਾਂ ਚਰਨਾਂ ਦੀ ਤੂੰ ਸ਼ਰਨ ਜਿਹੜੀ ਹੈ ਲੈ ਲਾ। ਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾ। ਜਨਮ ਮਰਨ ਹਰ ਪੀਰ। ਛੱਡ ਦੋ ਆਪੇ ਚੱਲਦਾ, ਉਹਦੇ ਬੱਤੀ ਘਾਟਾ ਤੇ ਆਪੇ ਚੱਲਣਾ ਛੱਡ ਦੋ। ਤੇ ਗੁਰੂ ਦੇ ਚਰਨਾਂ ਦੀ ਸ਼ਰਨ ਤੇ ਤੂੰ ਪੈ ਜਾ। ਜਿਹੜੀ ਜੰਮਣ ਤੇ ਮਰਨ ਦੀ ਪੀੜ ਹੈ, ਜਿਹੜੀ ਜੰਮਣ ਤੇ ਮਰਨ ਦੀ ਪੀੜਾ ਹੈ, ਇਹ ਤੇ ਤੂੰ ਆਪਣੇ ਆਪ ਨੂੰ ਦੂਰ ਕਰਾ ਲੈ। ਇਹ ਜੰਮਣ ਮਰਨ ਦੀ ਪੀੜਾ ਬਹੁਤ ਮਾੜੀ ਹੈ। ਜਦੋਂ ਜਨਮ ਹੁੰਦਾ ਤੇ ਉਦੋਂ ਵੀ ਮਾਂ ਦੇ ਪੇਟ ਵਿੱਚ 9 ਮਹੀਨੇ ਪੁੱਠਾ ਲਟਕਣਾ ਪੈਂਦਾ ਹੈ, ਤੇ ਉਹ
ਮਾਂ ਕੁਝ ਵੀ ਖਾਵੇ, ਕੁਝ ਵੀ ਪੀਵੇ, ਉਹ ਪੁੱਠੇ ਲਟਕਿਆਂ ਹੋਇਆ ਐਵੇਂ ਲੱਗਦਾ ਪਤਾ ਨਹੀਂ ਕਿ ਕਿੰਨੇ ਕੁ ਹੜ੍ਹ ਆ ਗਏ ਮੇਰੇ ਉੱਪਰ। ਹੇ ਮਨਾ, ਜਿੱਥੇ ਮਾਂ ਦੇ ਪੇਟ ਵਿੱਚ ਜਨਮ ਵੇਲੇ ਬੜੀ ਪੀੜਾ ਹੈ, ਜਿੱਥੇ ਮਾਂ ਦੇ ਖਾਧੇ ਹੋਏ ਪੱਥਰਾਂ ਦੇ ਰੋੜ ਵੀ ਜਿਹੜੇ ਆ ਸੜ ਮੱਚ ਜਾਂਦੇ, ਐਸੀ ਅਗਨੀ ਹੈ ਪੇਟ ਦੀ, ਉਹ ਪੀੜ ਨੂੰ ਤੂੰ ਨਾਸ ਕਰ ਲਾ। ਫਿਰ ਮਰਨ ਦੀ ਪੀੜ ਇੰਨੀ ਦੱਸੀ ਹੋਈ ਹੈ ਪੁਰਾਣਾ ਵਿੱਚ ਕਿ ਜਿਸ ਬਿੱਛੂ ਦੇ ਡੰਗ ਮਾਰਨੇ ਕਰਕੇ ਪੱਥਰ ਦੀ ਸਿਲਾ ਸੰਖਿਆ ਜ਼ਹਿਰ ਬਣ ਜਾਂਦੀ ਹੈ, ਇਹੋ ਜਿਹਾ 70 ਬਿੱਛੂ ਇਕੱਠਾ ਹੀ ਡੰਗ ਮਾਰੇ, ਇੰਨਾ ਮੌਤ ਦਾ ਦੁੱਖ ਹੈ। ਕਿੱਥੇ ਵੇਖ ਲਓ ਵੀ ਬਿੱਛੂ ਪੱਥਰ ਦੀ ਸਿਲਾ ਦੇ ਡੰਗ ਮਾਰੇ ਤੇ ਉਹ ਜ਼ਹਿਰ ਬਣਾ ਦਿੰਦਾ ਉਹਨਾਂ ਥਾਂ, ਤੇ ਇੰਨੇ ਬਿੱਛੂ 70,000 ਇਕੱਠਾ ਡੰਗ ਮਾਰਨਗੇ ਤੇ ਕਿੰਨੀ ਪੀੜ ਨਿਕਲੇਗੀ। ਤੇ ਅਸੀਂ ਕਹਿੰਦੇ ਵੀ ਉਹਦੀ ਜੀ ਸੁੱਤਾ ਹੀ ਸੌਂ ਗਿਆ ਹੈ, ਇੰਨੀ ਔਖੀ ਜਾਨ ਨਿਕਲਦੀ ਹੈ। ਸਾਨੂੰ ਕੀ ਪਤਾ ਕਿਵੇਂ ਜਾਨ ਨਿਕਲੀ ਹੈ। ਭਾਈ ਸਾਹਿਬ ਜੀ ਆਪਣੇ ਮਨ ਨੂੰ ਹੀ ਕਹਿੰਦੇ ਹੋਏ ਉੱਤਮ ਭਗਤੇ ਦੀ ਨਿਆਈ ਤਥਾ ਸਰੋਤਿਆਂ ਨੂੰ ਹੀ ਕਹਿ ਰਹੇ, ਜਿਹੜੇ ਕਥਾ ਸੁਣਨ ਵਾਲੇ, ਹੇ ਭਾਈ, ਹੇ ਮਨ, ਜੋ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹੈ, ਉਹਨਾਂ ਦੀ ਸ਼ਰਨ ਵਿੱਚ ਪੈ ਜਾ। ਜਨਮ ਮਰਨ ਦੀ ਜਿਹੜੀ ਪੀੜਾ ਬੜੀ ਦੁਖਦਾਈ ਹੈ, ਉਹਨੂੰ ਦੂਰ ਕਰਾ ਲੈ ਗੁਰੂ ਜੀ ਦੀ ਸ਼ਰਨ ਪੈ ਕੇ। ਜਿਉ ਪਾਰਸ ਰੰਕਹ ਮਿਲਾ, ਜਿਵੇਂ ਕਹਿੰਦੇ ਵੀ ਪਾਰਸ ਦੀ ਵੱਟੀ ਕਿਸੇ ਕੰਗਾਲ ਕੰਗਲੇ ਨੂੰ ਗਰੀਬ ਨੂੰ ਮਿਲ ਜਾਏ, ਦਾਰਦ ਰਹਿ ਨਾ ਤੀਰ। ਉਸ ਕੰਗਾਲ ਦੇ ਕੋਲ ਪਾਰਸ ਵੱਟੀ ਆਉਣੇ ਕਰਕੇ ਜਿਹੜੀ ਕੰਗਾਲਤਾਈ ਗਰੀਬੀ ਨੇੜੇ ਨਹੀਂ ਰਹਿ ਜਾਂਦੀ, ਕਿਉਂਕਿ ਉਹ 7 ਧਾਤਾਂ ਨੂੰ ਸੋਨਾ ਕਰ ਦਿੰਦੀ ਪਾਰਸ ਦੀ ਵੱਟੀ। ਉਹਨੂੰ ਮਿਲ ਜਾਵੇ ਜਿਵੇਂ ਕੰਗਾਲ ਨੂੰ ਪਾਰਸ ਦੀ ਵੱਟੀ, ਉਹਦੇ ਕੋਲ ਦਰਿਦਰੀ ਦਲਿੱਦਰ ਨਹੀਂ ਰਹਿ ਜਾਂਦੇ ਨੇੜੇ, ਗਰੀਬੀ ਨਹੀਂ ਨੇੜੇ ਰਹਿ ਜਾਂਦੀ। ਇਸੇ ਤਰ੍ਹਾਂ ਹੇ ਮਨਾ, ਗੁਰੂ ਦੀ ਸ਼ਰਨ ਪੈ ਜਾ। ਆ ਜਿਹੜੀ ਕੰਗਾਲਤਾਈ ਰੂਪੀ ਜਨਮ ਮਰਨ ਦੀ ਪੀੜਾ ਤੇਰੀ ਰਹਿ ਨਹੀਂ ਜਾਏਗੀ। ਸ੍ਰੀ ਬਾਲਾ ਸੰਦਰਵਾਚ ਚੌਪਈ ਅਗਰਜ ਸ੍ਰੀ ਗੁਰ ਕੀਨ ਪਿਆਨੰ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਹੈ ਕਿ ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੱਤਾਤਰੇय ਨੂੰ, ਮਹਾਨ ਜਤੀ ਨੂੰ ਗਿਆਨ ਦਾ ਉਪਦੇਸ਼ ਦੇ ਕੇ ਮਿਲ ਜੁਲ ਕੇ ਆਪੋ ਵਿੱਚ ਹੀ ਬੜੀ ਖੁਸ਼ੀ ਕੀਤੀ ਹੈ, ਉਹ ਸਫਲ ਕੀਤਾ ਹੈ ਤੇ ਅੱਗੇ ਨੂੰ ਚੱਲਣਾ ਕੀਤਾ ਹੈ। ਅਲਲਾ ਚੀਨਾ ਬਿਹੰਗ ਜਿਹ ਥਾਨੰ, ਉਸ ਥਾਂ ਤੇ ਜਿੱਥੇ ਅਲਲਾ ਚੀਨ ਨਾਮ ਦੇ ਬਿਹੰਗ ਪੰਛੀ ਹੈ, ਬੜੇ ਬੜੇ ਤਕੜੇ, ਜਿਨ੍ਹਾਂ ਨੂੰ ਉਕਾਬ ਪੰਛੀ ਕਿਹਾ ਜਾਂਦਾ ਹੈ। ਤੇ ਇੱਥੇ ਡਾਕਟਰ ਵੀਰ ਸਿੰਘ ਜੀ ਨੇ ਅਲਲਾ ਚੀਨ ਤੋਂ ਮੁਰਾਦ ਲਿਆ ਹੈ ਵੀ ਚੀਨ, ਵੀ ਚੀਨ ਵਿੱਚ ਜਿਹੜੇ ਉਕਾਬ ਨਾਮੇ ਪੰਛੀ ਰਹਿੰਦੇ ਹਨ। ਗਜਨ ਗਹਿਤ ਜੋ ਨਿਜ ਪਗ ਚੂਚੇ, ਜੋ ਇੰਨੇ ਤਕੜੇ ਉਕਾਬ ਪੰਛੀ ਹੈ ਵੀ ਜਿਹੜੇ ਹਾਥੀਆਂ ਦੇ ਛੋਟੇ ਛੋਟੇ, ਜਿਹੜੇ ਹਾਥੀ ਦੇ ਛੋਟੇ ਬੱਚੇ ਨੂੰ ਤੇ ਆਪਣੇ ਪੈਰਾਂ ਤੇ ਚੁੰਝਾਂ ਨਾਲ, ਆਪਣੇ ਪੈਰਾਂ ਦੇ ਪਹੁੰਚਿਆਂ ਨਾਲ ਤੇ ਚੁੰਝਾਂ ਵਿੱਚ ਹੀ ਪਕੜ ਪਕੜ ਕੇ ਫੜ ਕੇ ਲੈ ਜਾਂਦੇ ਹਨ। ਲੈ ਕਰ ਉੱਡ ਜਾਵਹਿ ਨਭ ਉੱਚੇ, ਉੱਚੇ ਆਕਾਸ਼ ਵਿੱਚ ਆਪਣੇ ਪੈਰਾਂ ਦੇ ਪਹੁੰਚਿਆਂ ਵਿੱਚ ਤੇ ਚੁੰਝ ਨਾਲ ਹੀ ਉਡਾ ਕੇ ਲੈ ਜਾਂਦੇ ਉਹ ਜਿਹੜੇ ਉਕਾਬ ਨਾਮੇ ਪੰਛੀ। ਤੇ ਲੇਲੇ, ਹਿਰਨ ਆਦਿਕ ਚੁੱਕ ਲੈਂਦੇ ਉਹ ਪੰਛੀ, ਇੰਨੇ ਤਕੜੇ ਹੁੰਦੇ ਆ। ਜਿੰਨਾ ਡਿਸਕਵਰੀ ਵੇਖੀ ਹੈ ਨਾ, ਉਹਨਾਂ ਨੂੰ ਤੇ ਪ੍ਰਤੱਖ ਹੀ ਦੇਖਿਆ ਉਹ ਵੀ ਝੂਠ ਨਹੀਂ ਹੈ। ਉਹ ਪੰਛੀ ਹੈ ਜਦੋਂ ਖੜਦਾ ਹੈ ਤੇ ਉਹ ਸ਼ੇਰ ਤੋਂ ਵੀ ਤਕੜਾ ਲੱਗਦਾ, ਉਹਦੀ ਗਰਦਨ ਬਹੁਤ ਉੱਚੀ ਹੁੰਦੀ ਹੈ, ਸਰੀਰ ਦਾ ਵੀ ਬੜਾ ਤਕੜਾ। ਤੇ ਆ ਜਿਹੜੇ ਲੇਲੇ ਹਿਰਨ ਜੇ ਤੇ ਕਈ ਵਾਰ ਵੇਖੇ ਆ ਉਹ ਆਪ ਵੀ ਡਿਸਕਵਰੀ ਦੇ ਉੱਪਰ ਚੁੱਕਦੇ ਹੋਏ ਉਹਨਾਂ ਨੂੰ। ਪੰਛੀ ਬਹੁਤ ਤਕੜਾ ਹੁੰਦਾ। ਫਿਰ ਬਾਜ ਵਾਂਗੂ ਬਹੁਤ ਉੱਚਾ ਹੀ ਉੱਡ ਜਾਂਦਾ, ਜਿੱਥੇ ਵੀ ਉਹ ਜਾਨਵਰ ਉੱਦਾਂ ਹੀ ਮਰ ਜਾਂਦਾ ਉੱਥੇ ਜਾਂਦੇ ਜਾਂਦੇ।
ਇਹੋ ਜਿਹੇ ਜਿਹੜੇ ਪੰਛੀ ਜਿਸ ਥਾਂ 'ਤੇ ਉਸ ਥਾਂ 'ਤੇ ਜਿਹੜਾ ਹੈ ਜਿੱਥੇ ਉਕਾਬਨਾਮੇ ਪੰਛੀ, ਹਾਥੀ ਦੇ ਛੋਟੇ ਬੱਚੇ, ਲੇਲੇ, ਹਿਰਨ ਆਦਿਕ ਆਪਣੇ ਚੁੰਝਾਂ ਦੇ ਪਹੁੰਚਿਆਂ ਵਿੱਚ ਡਾ ਕੇ ਲੈ ਜਾਂਦੇ ਕਾਸ਼ ਵਿੱਚ। ਜਿਨ ਕੋ ਦੀਰਘ ਦੇਹ ਆਕਾਰਾ, ਜਿਨ੍ਹਾਂ ਪੰਛੀਆਂ ਦਾ ਦੀਰਘ ਦੇਹ ਦਾ ਆਕਾਰ ਬਹੁਤ ਤਗੜਾ ਹੈ, ਵੱਡਾ ਹੈ। ਜੁਗ ਪੰਖਨ ਕੋ ਵੱਡ ਵਿਸਤਾਰਾ, ਉਸ ਪੰਛੀ ਦੇ ਜਿਹੜੇ ਦੋਵੇਂ ਪੰਖ, ਖੰਭ ਦੋਵੇਂ ਪਾਸਿਆਂ ਦੇ, ਜਿਨ੍ਹਾਂ ਦਾ ਬਹੁਤ ਹੀ ਵਿਸਥਾਰ ਫੈਲਿਆ ਹੋਇਆ ਫੈਲਾਓ ਹੈ। ਉਤੇ ਜਹਾਂ ਪਹੁੰਚੇ ਸੁਖ ਰਾਸਾ, ਐਸੀ ਜਿੱਥੇ ਥਾਂ ਸੀ ਸੁੱਖਾਂ ਦੀ ਰਾਸ, ਗੁਰੂ ਨਾਨਕ ਸਾਹਿਬ ਜੀ ਉੱਥੇ ਜਾ ਪਹੁੰਚੇ ਐ। ਕਰਤ ਤਹਾਂ ਪ੍ਰਹਿਲਾਦ ਸੋ ਬਾਸਾ, ਉਹ ਐਸੀ ਜਗ੍ਹਾ ਉੱਪਰ ਪ੍ਰਹਿਲਾਦ ਭਗਤ ਜੀ ਦੀ ਪੁਰੀ ਹੈ। ਪ੍ਰਹਿਲਾਦ ਭਗਤ ਜੀ ਵਾਸਾ ਕਰਦੇ ਹੈ ਇੱਥੇ। ਭਾਵੇਂ ਭਾਈ ਵੀਰ ਸਿੰਘ ਜੀ ਨੇ ਉਹ ਚੀਨ ਤੇ ਤਿੱਬਤ ਦਾ ਮੁਰਾਦ ਰੱਖੀ ਹੈ ਵੀ ਉੱਥੇ ਮਹਾਰਾਜ ਗਏ ਹੈ, ਤੇ ਪਿੱਛੇ ਵੀ ਉਹ ਟੂਕਾਂ ਦਿੱਤੀਆਂ ਵੀ ਜਿਵੇਂ ਗੁਰੂ ਸਾਹਿਬ ਜੀ ਕਹਿ ਰਹੇ ਭਾਈ ਮਰਦਾਨਿਆ ਵੀ ਇੱਥੇ ਸੁਮੇਰ ਪਰਬਤ 'ਤੇ ਮਨੁੱਖ ਨਹੀਂ ਆ ਸਕਦਾ, ਇਹ ਪਹਾੜਾਂ ਉੱਪਰ ਮਨੁੱਖ ਦੀ ਹਿੰਮਤ ਨਹੀਂ ਵੀ ਇੱਥੇ ਆ ਜਾਏ। ਤੇ ਜਦੋਂ ਪੁੱਛਿਆ ਮਹਾਰਾਜ ਮੈਨੂੰ ਚੰਦਰਮਾ ਨਹੀਂ ਦਿਖ ਰਿਹਾ ਹੈ, ਕਹਿੰਦੇ ਵੀ ਜੇ ਚੰਦਰਮਾ ਦੇਖਣਾ ਤੇ ਥੱਲੇ ਵੱਲ ਵੇਖ। ਤੇ ਉੱਥੋਂ ਇਹ ਟੂਕ ਦਿੱਤੀ ਹੈ ਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਪੁਰਾਣਾ ਦੇ ਪ੍ਰਮਾਣ ਦਿੱਤੇ, ਜਿਸ ਕਰਕੇ ਵੀ ਉਹ ਠੀਕ ਨਹੀਂ ਹੈ। ਪਰ ਜੇ ਆਪਾਂ ਇਹ ਗੱਲ ਵੱਲ ਚਲੇ ਜਾਈਏ ਤੇ ਫਿਰ ਅਸੀਂ ਇਹੀ ਸਮਝਾਂਗੇ ਵੀ ਜੋ ਪ੍ਰਹਿਲਾਦ ਭਗਤ ਹੈ, ਆ ਪੰਛੀਆਂ ਦੇ ਨਾਮ ਦੇ ਲਾ ਲਈ ਗੱਲ ਵੀ ਉਹ ਪ੍ਰਹਿਲਾਦ ਭਗਤ ਵੀ ਚੀਨ 'ਚ ਹੀ ਰਹਿੰਦੇ ਆ। ਫਿਰ ਤੇ ਚੀਨ ਤਿੱਬਤ ਵਿੱਚ ਹੀ ਕਿਤੇ ਪਹਾੜਾਂ 'ਚ ਰਹਿੰਦੇ ਪ੍ਰਹਿਲਾਦ ਭਗਤ। ਤੇ ਹੁਣ ਇਹ ਤੇ ਬੱਚੇ ਨੂੰ ਪਤਾ ਹੈ ਵੀ ਧਰੂਵ ਭਗਤ ਜਿਹੜੇ ਸ਼੍ਰੋਮਣੀ ਭਗਤ ਹੋਏ ਹੈ, ਤੇ ਅਸੀਂ ਕਹਿੰਦੇ ਵੀ ਉਹ ਧਰੂਵ ਤਾਰਾ ਸਾਹਮਣੇ, ਕਿ ਉਹ ਪਰਮੇਸ਼ਰ ਦੇ ਦਵਾਰ 'ਤੇ ਖੜਾ ਹੈ। ਤੇ ਧਰੂਵ ਭਗਤ ਜੀ ਤੇ ਨਾਲ ਹੀ ਜੋ ਪ੍ਰਹਿਲਾਦ ਭਗਤ ਖੜੇ ਆ ਉੱਥੇ ਹੀ ਪਿੱਛੇ, ਉਹਨਾਂ ਦੀ ਵੱਖਰੀ ਪੁਰੀ, ਵੱਖੋ ਵੱਖਰੀਆਂ ਪੁਰੀਆਂ ਬਖਸ਼ੀਆਂ ਹੋਈਆਂ ਪਰਮੇਸ਼ਰ ਨੇ ਭਗਤੀ ਕਰਕੇ। ਤੇ ਜੇ ਆਪਾਂ ਹੁਣ ਇਹ ਕਹਿ ਲਈਏ ਵੀ ਵੇਖੋ ਜੀ ਇਹ ਚੀਨ ਤਿੱਬਤ ਵਿੱਚ ਹੈ, ਉੱਥੋਂ ਦੀ ਮੁਰਾਦ ਰੱਖੀ ਹੈ, ਤੇ ਫਿਰ ਇਹ ਗੱਲ ਹੋ ਗਈ ਵੀ ਪ੍ਰਹਿਲਾਦ ਭਗਤ ਚੀਨ 'ਚ ਜਾਂ ਤਿੱਬਤ ਵਿੱਚ ਹੀ ਹਨ। ਤੇ ਜਿਵੇਂ ਗੁਰੂ ਜੀ ਨੇ ਜਾਂ ਭਾਈ ਸੰਤੋਖ ਸਿੰਘ ਜੀ ਨੇ ਪਿੱਛੇ ਲਿਖਿਆ ਹੈ ਵੀ ਹੇ ਮਰਦਾਨਾ ਜੇ ਤੁਸਾਂ ਨੇ ਚੰਦਰਮਾ ਦੇਖਣਾ ਤੇ ਥੱਲੇ ਵੇਖੋ, ਤੇ ਉਹ ਪ੍ਰਮਾਣ ਗਲਤ ਮੰਨੀਏ ਤੇ ਸਾਡੇ ਵਾਸਤੇ ਵੀ ਠੀਕ ਨਹੀਂ ਹੈ। ਕਿਉਂਕਿ ਗੁਰੂ ਸਾਹਿਬ ਜੀ ਤੇ ਸੱਚਖੰਡ ਜਾ ਰਹੇ, ਤੇ ਸੱਚਖੰਡ ਜਾਣ ਲਈ ਫਿਰ ਸੱਤੇ ਆਕਾਸ਼ ਜਿਹੜੇ ਆਕਾਸ਼ਾਂ ਤੋਂ ਪਰੇ ਆ ਸੱਚਖੰਡ, ਤੇ ਉਹ ਤੇ ਕਦੇ ਧਰਤੀ 'ਤੇ ਸੱਚਖੰਡ ਹੈ ਨਹੀਂ ਹੈ। ਤੇ ਮਹਾਰਾਜ ਹੁਣ ਉੱਧਰ ਜਾ ਰਹੇ, ਰਸਤੇ ਵਿੱਚ ਜਿਹੜੀਆਂ ਪੁਰੀਆਂ ਉੱਥੇ ਨਾਲ ਹੀ ਸਫਲ ਉਹ ਭਗਤ ਜਨਾਂ ਨੂੰ ਮਿਲਦੇ ਜਾ ਰਹੇ ਹੈ। ਇਸ ਕਰਕੇ ਉਸ ਨੂੰ ਜਿੱਥੇ ਮਹਾਰਾਜ ਵਿਚਰ ਰਹੇ ਹੈ ਉਹ ਸਿਰੋਂ ਪਰੇ ਦੀ ਗੱਲ ਹੈ, ਇਹ ਸੰਸਾਰ ਧਰਤੀ ਦੀ ਗੱਲ ਨਹੀਂ ਹੈ। ਮਹਾਰਾਜ ਜਿੱਥੇ ਵਿਚਰ ਰਹੇ ਹੈ ਉਹ ਤੇ ਪ੍ਰਹਿਲਾਦ ਭਗਤ ਦੀ ਪੁਰੀ ਜਿਹੜੀ ਹੈ ਇਹ ਧਰਤੀ ਤੋਂ ਪਰੇ ਵਾਸਾ ਜਿੱਥੇ, ਇਵੇਂ ਜਿਹੜਾ ਠੀਕ ਸਮਝਣਾ ਹੈ। ਇੱਥੇ ਕਹਿ ਰਹੇ ਵੀ ਪ੍ਰਹਿਲਾਦ ਭਗਤ ਜਿੱਥੇ ਵਸ ਰਹੇ ਆਪਣੀ ਪੁਰੀ ਵਿੱਚ। ਲੋਚਨ ਮੁੰਦਰਤ ਬੈਠਿਓ ਜਹਵਾ, ਤੇ ਪ੍ਰਹਿਲਾਦ ਭਗਤ ਨੇਤਰੈਂ ਬੰਦ ਕੀਤੇ ਹੋਏ ਤੇ ਬੈਠੇ ਹੋਏ ਹਨ। ਚੱਲ ਸ੍ਰੀ ਨਾਨਕ ਪਹੁੰਚੇ ਤਹਵਾ, ਉੱਥੇ ਚੱਲ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਾ ਪਹੁੰਚੇ ਐ। ਸ੍ਰੀ ਕਰਤਾਰੰ ਸ੍ਰੀ ਕਰਤਾਰਾ, ਉਸ ਵੇਲੇ ਜਾਂਦਿਆਂ ਹੀ ਧੰਨ ਕਰਤਾਰ, ਸ੍ਰੀ ਕਰਤਾਰ, ਸਤ ਕਰਤਾਰ ਕਿਹਾ ਹੈ। ਉੱਚੀ ਧੁਨ ਸੋ ਕੀਨ ਉਚਾਰਾ, ਬੜੀ ਉੱਚੀ ਆਵਾਜ਼ ਵਿੱਚ ਹੀ ਮਹਾਰਾਜ ਨੇ ਉਚਾਰਨ ਕੀਤਾ। ਇਹ ਗੁਰੂ ਸਾਹਿਬ ਜੀ ਦਾ ਬੋਲਾ ਸੀ ਕਿ ਜਿੱਥੇ ਜਾਣਾ ਉੱਥੇ ਕਹਿਣਾ ਧੰਨ ਕਰਤਾਰ, ਸਤ ਕਰਤਾਰ। ਪ੍ਰਹਿਲਾਦ ਭਗਤ ਜੀ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਬੈਠੇ ਹੋਏ ਹੈ ਸਮਾਧੀ ਵਿੱਚ। ਗੁਰੂ ਸਾਹਿਬ ਜੀ ਨੇ ਕਿਹਾ ਸਤ ਕਰਤਾਰ, ਸੋਭਾ ਵਾਲੇ ਕਰਤਾਰ, ਸ਼੍ਰੋਮਣੀ ਕਰਤਾਰ,
ਧਨ ਕਰਤਾਰ। ਛੁਟਿਓ ਧਿਆਨ ਜਬ ਪ੍ਰਭ ਕੋ ਦੇਖਾ। ਇਹ ਆਵਾਜ਼ ਨੂੰ ਸੁਣ ਕੇ ਜਦੋਂ ਹੀ ਪ੍ਰਹਲਾਦ ਭਗਤ ਜੀ ਦਾ ਧਿਆਨ ਛੁੱਟਿਆ ਹੈ, ਕੀ ਵੇਖਿਆ ਵੀ ਗੁਰੂ ਨਾਨਕ ਸਾਹਿਬ ਪ੍ਰਭੂ ਰੂਪ ਤੱਕੇ ਐ। ਮਨ ਮਹਿ ਬਿਸਮਤ ਭਇਓ ਬਿਸੇਖਾ। ਉਸ ਵੇਲੇ ਦੇਖ ਕੇ ਤੇ ਮਨ ਵਿੱਚ ਬਹੁਤ ਹੀ ਅਚਰਜ ਹੋਇਆ ਪ੍ਰਹਲਾਦ ਭਗਤ। ਬੁਝਿਓ ਕੌਣ ਕਹਾ ਤੇ ਆਏ। ਪੁੱਛਿਆ ਵੀ ਤੁਸੀਂ ਕੌਣ ਹੋ ਜੀ, ਆ ਕਿੱਥੋਂ ਆਏ ਹੋ। ਇਹ ਠਾਂ ਤੁਮ ਕੋ ਕੌਣ ਲਿਆਏ। ਇਸ ਥਾਂ ਤੇ ਵੀ ਆਉਣਾ ਬਹੁਤ ਔਖਾ ਹੈ ਤੇ ਤੁਹਾਨੂੰ ਕੌਣ ਲੈ ਕੇ ਆਇਆ ਹੈ। ਨਰ ਕੀ ਨਹੀਂ ਗਮਤਾ ਇਹਾਂ। ਮਨੁੱਖ ਦੀ ਤੇ ਇੱਥੇ ਆਉਣ ਦੀ ਜਿਹੜੀ ਗਮਤਾ ਹੀ ਨਹੀਂ ਹੈ, ਉਹ ਪਹੁੰਚ ਹੀ ਨਹੀਂ ਸਕਦਾ। ਇੱਥੋਂ ਹੀ ਸਮਝ ਲੈਣਾ ਚਾਹੀਦਾ ਵੀ ਇਹ ਤੇ ਜਿਹੜੀ ਇਹ ਸੰਸਾਰ ਸ੍ਰਿਸ਼ਟੀ ਤੋਂ ਪਰੇ ਦੀ ਕਥਾ ਹੈ। ਆਗੇ ਜਾਵਨਾ ਕਿਹ ਠਾਂ ਪ੍ਰੀਹਾ। ਇਹ ਮਹਾਨ ਜੀ ਅੱਗੇ ਜਾਂ ਕਿਸ ਥਾਂ ਜਾਣ ਦੀ ਤੁਹਾਡੀ ਪ੍ਰੀਹਾ ਕਹੀਏ ਇੱਛਾ ਹੈ। ਆਸ ਪ੍ਰਕਾਰ ਕੇ ਸੁਨ ਕਰ ਬੈਠਾ। ਬੈਨਾ ਇਸ ਤਰ੍ਹਾਂ ਦੇ ਸੁਣ ਕਰਕੇ ਮਹਾਰਾਜ ਬਚਨ। ਤਿਹ ਸੋ ਬੋਲੇ ਪੰਕਜ ਨੈਨਾ। ਭਗਤ ਪ੍ਰਹਲਾਦ ਨਾਲ ਸਤਿਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ ਆ, ਜਿਨ੍ਹਾਂ ਦੇ ਨੇਤਰ ਕਵਲ ਦੇ ਪੱਤਰਿਆਂ ਵਾਂਗ ਹੈ, ਤਿਰਛੇ ਤਿੱਖੇ। ਸਿਮਰਿਓ ਨਾਮ ਜੋ ਤੁਮ ਬੇਦਨੀ ਕੀ। ਐ ਵੀ ਪ੍ਰਹਲਾਦ ਭਗਤ ਜੋ ਪਰਮੇਸ਼ਰ ਦਾ ਸੱਚਾ ਨਾਮ ਹੈ, ਉਹ ਤੂੰ ਬੜੀ ਚੰਗੀ ਜਿਹੜੇ ਵਿਧੀ ਨਾਲ ਚੰਗੇ ਢੰਗ ਤਰੀਕੇ ਨਾਲ ਹੀ ਸਿਮਰਿਆ ਹੈ। ਸ਼ਰਧਾ ਧਰੀ ਅਦਕ ਨਿਜ ਜੀ ਕੀ। ਆਪਣੇ ਜੀ ਦੀ ਦਿਲ ਦੀ ਜਿਹੜੀ ਸ਼ਰਧਾ ਹੈ ਨਾ, ਪਰਮੇਸ਼ਰ ਦੇ ਨਾਮ ਵਿੱਚ ਬਹੁਤ ਤਗੜੀ ਧਾਰੀ ਹੈ ਤੁਸਾਂ ਨੇ। ਨਿਸ ਬਾਸੁਰ ਭੈ ਸਰਬ ਨਿਵਾਰਾ। ਜਿਸ ਨਾਮ ਨੇ ਰਾਤ ਦੇਣੀ ਤੁਹਾਡਾ ਸਾਰਾ ਭੈ ਹੀ ਦੂਰ ਕਰ ਦਿੱਤਾ ਸੀ। ਏਕ ਨਾਮ ਕੋ ਕੀਨ ਉਚਾਰਾ। ਇੱਕ ਜੋ ਪਰਮੇਸ਼ਰ ਦਾ ਨਾਮ ਹੈ ਰਾਮ, ਉਸ ਨੂੰ ਤੁਸਾਂ ਨੇ ਉਚਾਰਨ ਕੀਤਾ। ਇਹ ਉਹ ਰਾਮ ਨਹੀਂ ਹੈ ਜੋ ਸ਼੍ਰੀ ਰਾਮਚੰਦਰ ਭਗਵਾਨ ਵਾਲੇ, ਕਿਉਂਕਿ ਸ਼੍ਰੀ ਰਾਮਚੰਦਰ ਜੀ ਦੇ ਤ੍ਰੇਤੇ ਵਿੱਚ ਹੋਏ ਹੈ, ਸਤਯੁਗ ਵਿੱਚ ਧਰੂ ਪ੍ਰਹਲਾਦ ਭਗਤ ਜੀ ਹੋਏ ਹੈ। ਤੇ ਗੁਰਬਾਣੀ ਵਿੱਚ ਆਉਂਦਾ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰਾ ਔਰ ਪੜਨ ਸਿਓ ਨਹੀਂ ਕਾਮ। ਵੀ ਹੇ ਮੇਰੇ ਪਿਤਾ, ਮੇਰਾ ਕੋਈ ਕੰਮ ਹੀ ਨਹੀਂ ਹੈ ਦੂਸਰਾ ਪੜਨ ਦਾ, ਮੈਂ ਨਹੀਂ ਛੱਡ ਸਕਦਾ ਪਰਮੇਸ਼ਰ ਦਾ ਨਾਮ, ਰਾਮ ਜਿਹੜਾ ਨਾਮ ਹੈ। ਤੇ ਉਹ ਮਾਤਾ ਜੀ ਵੀ ਕਹਿੰਦੇ, ਹੈ ਪੁੱਤਰ ਤੂੰ ਰਾਮ ਕਹਿਣ ਕੀ ਛੋੜਵਾਨ, ਤੂੰ ਰਾਮ ਦਾ ਨਾਮ ਕਹਿਣਾ ਛੱਡ ਦੇ। ਤੇ ਇਹ ਜਿਹੜਾ ਰਾਮ ਦਾ ਨਾਮ ਹੈ, ਇਹ ਤੇ ਸਤਯੁਗ ਵਿੱਚ ਹੀ ਸੀ। ਤੇ ਇੱਥੇ ਕੋਈ ਇਹ ਨਹੀਂ ਕਹਿ ਸਕਦਾ ਵੀ ਰਾਮਚੰਦਰ ਜੀ ਦਾ ਨਾਮ ਲਿਆ ਹੈ ਇਹ ਪ੍ਰਹਲਾਦ ਭਗਤ ਨੇ। ਉਹ ਰਾਮ ਦਾ ਅਰਥ ਹੁੰਦਾ ਰਮਿਆ ਹੋਇਆ ਰਾਮ, ਜਿਹੜਾ ਘਟਾ ਸਰੀਰਾਂ ਵਿੱਚ ਰਾਮ ਹੈ। ਇਹ ਸਮਝਣਾ ਠੀਕ, ਆਪਣੇ ਕੋਲੋਂ ਨਹੀਂ ਕੁਝ ਬਣਾ ਲੈਣਾ। ਪੜ੍ਹ ਕੇ ਰੱਖਿਆ ਕਰੀ ਤੋਹੇ ਜਿਨ ਭੂਰੀ। ਜਿਸ ਪਰਮੇਸ਼ਰ ਦੇ ਨਾਮ ਨੇ ਤੁਹਾਡੀ ਬਹੁਤ ਹੀ ਰੱਖਿਆ ਕੀਤੀ। ਦੋਖੀ ਮਾਰ ਬਿਦਾਰੇ ਦੂਰੀ। ਵੱਡੇ ਵੱਡੇ ਜਿਹੜੇ ਤੁਹਾਡੇ ਦੋਖੀ ਦੈਂਤ ਹਰਨਾਕਸ਼ ਤੁਹਾਡੇ ਪਿਤਾ ਵਰਗੇ, ਉਹ ਪਰਮੇਸ਼ਰ ਨੇ ਵਿਦਾਰ ਕੇ ਦੂਰ ਕੀਤੇ, ਨਾਸ ਕੀਤੇ, ਚੀਰ ਫਾੜ ਸੁੱਟੇ ਆਪਣੇ ਨੋਹਾਂ ਨਾਲ। ਹਮ ਉਪਾਸ ਕੀ ਤਿਸੀ ਨਾਮ ਕੇ। ਉਸੇ ਨਾਮ ਦੇ ਇਹ ਭਗਤ ਪ੍ਰਹਲਾਦ ਜੀ ਅਸੀਂ ਉਪਾਸਕੀ ਹਾਂ, ਉਸੇ ਨਾਮ ਦੀ ਭਗਤੀ ਕਰਨ ਵਾਲੇ ਹਾਂ। ਗੁਣ ਸਿਮਰਹਿ ਸਾਧ ਸੁਖ ਨਿਧਾਨ ਕੇ। ਸੁੱਖਾਂ ਦਾ ਖਜ਼ਾਨਾ ਜੋ ਪਰਮੇਸ਼ਰ ਹੈ, ਉਸ ਦਾ ਨਾਮ ਹੈ, ਉਸ ਨਾਮ ਦੇ ਰਾਹੀਂ ਹਮੇਸ਼ਾ ਅਸੀਂ ਗੁਣ ਸਿਮਰਦੇ ਹਾਂ। ਤਿਹ ਕੀ ਸ਼ਕਤ ਧਰਹਿ ਨਿਜ ਪਾਹੂ। ਉਸੇ ਨਾਮ ਦੀ ਜਿਹੜੀ ਸ਼ਕਤੀ ਹੈ ਆਪਣੇ ਪਾਸ ਰੱਖਦੇ ਹਾਂ ਅਸੀਂ ਹਰ ਵਕਤ। ਆਏ ਤੁਮ ਦਰਸ਼ਨ ਕੀ ਚਾਹੂ। ਤੁਹਾਡੇ ਦਰਸ਼ਨਾਂ ਦੀ ਇੱਛਾ ਕਰਕੇ, ਚਾਹਨਾ ਕਰਕੇ ਹੁਣ ਤੁਹਾਡੇ ਕੋਲ ਆ ਗਏ ਹਾਂ। ਸੁਨਤ ਪ੍ਰਹਲਾਦ ਬਚਨ ਉਚਰਾ। ਸੁਣ ਕੇ
ਭਗਤ ਪ੍ਰਹਿਲਾਦ ਜੀ ਨੇ ਫਿਰ ਬਚਨ ਕਿਹਾ, ਕੋ ਬਾਸਨ ਧੋਏ ਉਜਲ ਕਰਾ। ਵੀ ਤੁਸਾਂ ਨੇ ਵੀ ਭਾਂਡਾ ਜਿਹੜਾ ਤੁਸੀਂ ਭਾਂਡਾ ਕਿਹੜੇ ਤਰੀਕੇ ਨਾਲ ਉਜਲ ਕੀਤਾ, ਧੋਣਾ ਕੀਤਾ ਹੈ। ਕਾਂ ਕੋ ਦੂਧ ਚੋਏ ਕਰ ਲੀਨਾ। ਕੋ ਬਾਸਨ, ਇਹ ਕਿਹੜਾ ਭਾਂਡਾ ਹੈ ਜਿਹੜਾ ਤੁਸਾਂ ਨੇ ਉਜਲ ਕੀਤਾ ਹੈ, ਤੇ ਉਸ ਭਾਂਡੇ ਵਿੱਚ ਕਿਹੜਾ ਜਿਹੜਾ ਦੁੱਧ ਚੋ ਕਰਕੇ ਕਿਹੜਾ ਦੁੱਧ ਚੋ ਕਰਕੇ ਉਸ ਭਾਂਡੇ ਵਿੱਚ ਪਾਉਣਾ ਕੀਤਾ ਹੈ। ਕੌਣ ਤਾਵ ਸੋ ਤਾਵਨ ਕੀਨਾ। ਫਿਰ ਉਸ ਦੁੱਧ ਨੂੰ ਕਿਹੜਾ ਤਾ ਦੇ ਕੇ, ਭਾਵ ਕਿਹੜੀ ਅਗਨੀ ਦੇ ਕੇ ਤੌਣਾ ਕੀਤਾ ਹੈ, ਤਪਾਉਣਾ ਕੀਤਾ ਹੈ। ਕੌਣ ਸਮਾਇਨਾ ਤਾਂ ਮਹਿ ਪਾਇਆ। ਤੇ ਉਸ ਦੁੱਧ ਦੇ ਵਿੱਚ ਹੀ ਕੌਣ ਸਮਾਇਨ ਕਹੀਏ, ਜਾਗ ਨੂੰ ਪਾਇਆ ਹੈ। ਕੌਣ ਥਾਨ ਦਦ ਰਾਖ ਜਮਾਇਆ। ਉਹ ਕਿਹੜਾ ਸੋਹਣਾ ਸਥਾਨ ਹੈ ਜਿਹਦੇ ਵਿੱਚ ਉਸ ਦਹੀਂ ਨੂੰ ਰੱਖ ਕੇ ਜਾਗ ਲਾ ਕੇ ਜਮਾਇਆ ਹੈ ਜੀ। ਕਿਸ ਬਿਦ ਮਥ ਕੈ ਕਾਢਿਓ ਮੱਖਣ। ਕਿਸ ਤਰ੍ਹਾਂ ਉਸ ਦੁੱਧ ਨੂੰ ਫਿਰ ਤੁਸਾਂ ਨੇ ਮੱਥ ਕੇ ਕਹੀਏ ਰਿੜਕ ਕੇ ਜਿਹੜਾ ਮੱਖਣ ਕੱਢਿਆ ਹੈ। ਪੁਨ ਕੈਸੇ ਕੀਨੋ ਤੁਮ ਚਾਖਨਾ। ਫਿਰ ਕਿਸ ਤਰ੍ਹਾਂ ਮੱਖਣ ਕੱਢ ਕੇ ਉਹਨੂੰ ਚਖਣਾ ਕੀਤਾ, ਉਸ ਦਾ ਸਵਾਦ ਕੈਸਾ ਹੈ। ਕਹੀਏ ਸਭ ਮੋਹ ਕੋ ਵਿਚਾਰਾ। ਇਹ ਸਾਰੀ ਜਿਹੜੀ ਵਿਚਾਰ ਹੈ ਨਾ, ਆਪ ਮੈਨੂੰ ਕਹੀਏ ਦਸੀਏ ਜੀ। ਜਿਹ ਬਿਦ ਕੀਨੀ ਨੀਕੀ ਕਾਰਾ। ਜਿਸ ਤਰ੍ਹਾਂ ਨਾਲ, ਜਿਸ ਢੰਗ ਨਾਲ ਤੁਸਾਂ ਨੇ ਚੰਗਾ ਹੀ ਕੰਮ ਕੀਤਾ ਹੈ, ਕਾਰ ਕੀਤੀ ਹੈ। ਦੋਹਰਾ ਬੋਲੇ ਸ੍ਰੀ ਨਾਨਕ ਤਵੈ। ਸੁਣ ਕੇ ਭਗਤ ਪ੍ਰਹਿਲਾਦ ਜੀ ਦੇ ਪ੍ਰਸ਼ਨ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਬੋਲੇ ਐ, ਤਨ ਬਾਸਨ ਕੋ ਧੋਏ। ਕਿਆ ਹੈ ਵੀ ਹੇ ਪ੍ਰਹਿਲਾਦ ਭਗਤ ਜੀ, ਇਹ ਜਿਹੜਾ ਸਰੀਰ ਰੂਪੀ ਭਾਂਡਾ ਹੈ, ਸਰੀਰ ਰੂਪੀ ਭਾਂਡਾ ਹੈ, ਇਸ ਨੂੰ ਪ੍ਰੇਮ ਰੂਪੀ ਜਲ ਦੇ ਨਾਲ, ਨਾਮ ਰੂਪੀ ਜਲ ਦੇ ਨਾਲ ਧੋਣਾ ਕੀਤਾ ਸਾਂ। ਤੇਨ ਖਿਮਾ ਕੇ ਪਾਸ ਤੇ। ਜਿਹੜੀ ਇਸ ਸਰੀਰ ਰੂਪੀ ਭਾਂਡੇ ਵਿੱਚ ਖਿਮਾ ਸਹਾਨ ਸ਼ਕਤੀ ਧਾਰਨ ਕੀਤੀ ਹੈ, ਇਹ ਗਊ ਹੈ। ਇਸ ਗਊ ਦੇ ਪਾਸੋਂ ਦੂਧ ਸੰਤੋਖ ਚੋਏ। ਜਿਹੜਾ ਸੰਤੋਖ ਰੂਪੀ ਦੁੱਧ ਹੈ, ਉਸ ਨੂੰ ਚੋ ਕੇ ਇਸ ਭਾਂਡੇ ਸਰੀਰ ਵਿੱਚ ਪਾਉਣਾ ਕੀਤਾ, ਨਾਮ ਰੂਪੀ ਜਲ ਨਾਲ ਧੋ ਕੇ। ਚੌਪਈ ਤਨ ਤਾਪਨ ਕੋ ਤਾਵਨ ਤਾਇਆ। ਜਿਹੜਾ ਇਹ ਸਰੀਰ ਨੂੰ ਤਪ ਦੇ ਨਾਲ ਔਖਿਆਂ ਕੀਤਾ, ਕਠਿਨਾਈ ਦਿੱਤੀ ਹੈ, ਇਹੀ ਉਹ ਜਿਹੜਾ ਤਪ ਰੂਪੀ ਚੁੱਲ੍ਹੇ ਉੱਪਰ ਤਾਇਆ ਹੈ, ਸਰੀਰ ਨੂੰ ਤਪਾਉਣਾ ਕੀਤਾ ਇਸ ਦੁੱਧ ਨੂੰ। ਗੁਰ ਉਪਦੇਸ਼ ਸਮਾਇਨ ਪਾਇਆ। ਗੁਰੂ ਪਾਸੋਂ ਜਿਹੜਾ ਉੱਤਮ ਉਪਦੇਸ਼ ਲਿਆਇਆ ਬ੍ਰਹਮ ਗਿਆਨ ਦਾ, ਇਹੀਓ ਇਸ ਦੁੱਧ ਵਿੱਚ ਜਾਗ ਪਾਇਆ ਹੈ। ਸਤ ਸੰਗਤ ਮਹਿ ਭਲੋ ਸਥਾਨਾ। ਵਾਹਿਗੁਰੂ ਦੀ ਜਿਹੜੀ ਸਾਧ ਸੰਗਤ ਹੈ, ਸਤ ਸੰਗਤ ਹੈ, ਉਹਦੇ ਵਿੱਚ ਉਹ ਸਤ ਸੰਗਤ ਹੀ ਚੰਗਾ ਸਥਾਨ ਹੈ, ਮਹਾਨ। ਰਾਖ ਜਮਾਇਓ ਤਹਾਂ ਸੋ ਜਾਨਾ। ਉੱਥੇ ਸਿਆਣਿਆਂ ਮਹਾਂਪੁਰਸ਼ਾਂ ਨੇ ਇਸ ਸਰੀਰ ਰੂਪੀ ਭਾਂਡੇ ਵਿੱਚ ਇਸ ਦੁੱਧ ਨੂੰ ਜਮਾ ਕੇ ਰੱਖਿਆ ਹੈ। ਮਨ ਵਿਚਾਰ ਕੀ ਮਥਨੀ ਕਰਕੇ। ਮਨ ਵਿੱਚ ਜਿਹੜੀ ਗੁਰੂ ਪਾਸੋਂ ਲੈ ਕੇ ਸ੍ਰੇਸ਼ਟ ਵਿਚਾਰ ਕਰਨੀ ਕੀਤੀ ਹੈ, ਇਹ ਮਥਨੀ ਕਰਕੇ, ਰਿੜਕ ਕਰਕੇ। ਆਪਾ ਤਜਨ ਮਥਿਓ ਹਿਤ ਧਰ ਕੇ। ਜਿਹੜਾ ਅਸਾਂ ਨੇ ਆਪਾ ਭਾਵ ਇਹ ਹੰਗਤਾ ਸਰੀਰ ਦੀ ਛੱਡੀ ਹੋਈ ਹੈ, ਹੰਕਾਰ ਛੱਡਿਆ ਹੋਇਆ, ਇਸ ਨੂੰ ਬੜਾ ਹਿੱਤ ਪ੍ਰੇਮ ਧਾਰ ਕੇ ਰਿੜਕਿਆ ਹੈ। ਭਾਣਾ ਮਨ ਨਾ ਚਾਖ ਕਰ ਸਾਦਾ। ਇਸ ਨੂੰ ਰਿੜਕ ਕਰਕੇ, ਆਪਾ ਭਾਵ ਛੱਡ ਕੇ, ਜਿਹੜਾ ਪ੍ਰੇਮ ਧਾਰ ਕੇ ਰਿੜਕਿਆ ਨਾ, ਤੇ ਗਿਆਨ ਰੂਪੀ ਮੱਖਣ ਕੱਢਿਆ ਹੈ। ਗਿਆਨ ਰੂਪੀ ਮੱਖਣ ਕੱਢ ਕੇ ਉਸ ਨਾਲ ਜਿਹੜਾ ਭਾਣਾ ਮੰਨਣਾ ਕੀਤਾ, ਪਰਮੇਸ਼ਰ ਦਾ ਹੁਕਮ ਮੰਨਣਾ ਕੀਤਾ ਹੈ, ਇਹ ਬੜਾ ਹੀ
ਸੋਹਣਾ ਸਵਾਦ ਚਖਿਆ ਛਕਣਾ ਕੀਤਾ ਹੈ। ਤ੍ਰਿਪਤ ਭਏ ਸ੍ਰੀ ਗੁਰੂ ਪ੍ਰਸਾਦਾ। ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਉਸ ਗਿਆਨ ਰੂਪੀ ਮੱਖਣ ਨੂੰ ਕੱਢ ਕੇ ਭਾਣਾ ਮੰਨ ਰੂਪ ਸਵਾਦ ਚਖ ਕੇ ਗੁਰੂ ਦੀ ਕਿਰਪਾ ਨਾਲ ਅਸੀਂ ਤ੍ਰਿਪਤ ਹੋ ਗਏ ਹਾਂ, ਰੱਜ ਪੁੱਜ ਗਏ ਹਾਂ ਚੰਗੀ ਤਰ੍ਹਾਂ ਨਾਲ। ਸੁਨ ਪ੍ਰਹਲਾਦ ਭਗਤ ਅਸ ਬਾਣੀ। ਸੁਣ ਕੇ ਪ੍ਰਹਲਾਦ ਭਗਤ ਜੀ ਗੁਰੂ ਸਾਹਿਬ ਜੀ ਦੀ ਐਸੀ ਬਾਣੀ ਬਚਨ। ਬੰਧਨ ਕੀਨਾ ਜੋਰ ਜੁਗ ਪਾਨੀ। ਦੋਵੇਂ ਹੱਥ ਜੋੜ ਕੇ ਬੜੀ ਛੇਤੀ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਰੂਪ ਜਾਣ ਕੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਤਿਹ ਕੋ ਪ੍ਰੇਮ ਦੇਖ ਸੁਖ ਧਾਮਾ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਪ੍ਰਹਲਾਦ ਭਗਤ ਜੀ ਦਾ ਸੱਚਾ ਸੁੱਚਾ ਅੰਦਰਲਾ ਪ੍ਰੇਮ ਦੇਖ ਕੇ ਆਪ ਕਰੀ ਤਿਹ ਚਰਨ ਪ੍ਰਣਾਮਾ। ਆਪ ਵੀ ਮਹਾਰਾਜ ਜੀ ਨੇ ਪ੍ਰਹਲਾਦ ਭਗਤ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ, ਨਮਸਕਾਰ ਕੀਤੀ ਹੈ ਕਿ ਭਗਤ ਪ੍ਰਹਲਾਦ ਜੀ ਨੇ ਸਮਝਿਆ ਵੀ ਇਹ ਪਰਮੇਸ਼ਰ ਰੂਪ ਹੈ ਗੁਰੂ ਨਾਨਕ ਸਾਹਿਬ, ਤੇ ਗੁਰੂ ਸਾਹਿਬ ਜੀ ਨੇ ਆਪਣਾ ਭਗਤ ਜਾਣ ਕੇ ਨਮਸਕਾਰ ਕੀਤੀ ਹੈ। ਗੁਰੂ ਨਾਨਕ ਸਾਹਿਬ ਅਵਤਾਰ ਵਿੱਚ ਇਹੀ ਮਹਾਨ ਵਿਸ਼ੇਸ਼ਤਾ ਵਡਿਆਈ ਹੈ। ਦੋਹੇ ਦਿਸ਼ ਹੋਵਾ ਹਰਖ ਵਿਸਾਲਾ। ਦੋਵੇਂ ਤਰਫਾਂ ਤੋਂ ਬਹੁਤ ਹੀ ਜਿਹੜੀ ਪ੍ਰਸੰਨਤਾ ਹੋਈ ਹੈ, ਖੁਸ਼ੀ ਹੋਈ ਹੈ ਮਿਲ ਜੁਲ ਕੇ। ਕਹਿਤ ਬਚਨ ਪ੍ਰਹਲਾਦ ਰਸਾਲਾ। ਉਸ ਵੇਲੇ ਭਗਤ ਪ੍ਰਹਲਾਦ ਜੀ ਬੜੇ ਸੁੰਦਰ ਹੀ ਬਚਨ ਕਹਿਣ ਲੱਗੇ। ਤੁਮ ਅਵਤਾਰ ਭਏ ਜਗ ਮਾਹੀ। ਇਹ ਮਹਾਰਾਜ ਹੈ ਪਰਮੇਸ਼ਰ ਰੂਪ, ਤੁਸੀਂ ਆਪ ਹੀ ਪਰਮੇਸ਼ਰ ਜਗਤ ਦੇ ਵਿੱਚ ਅਵਤਾਰ ਹੋਏ ਹੋ। ਜਿਉ ਨਰ ਸਿੰਘ ਪਾਏ ਭਏ ਮਨ ਚਾਹੀ। ਮਮ ਚਾਹੀ, ਜਿਵੇਂ ਮੇਰੀ ਇੱਛਾ ਕਰਕੇ ਤੇ ਜੋ ਨਰ ਸਿੰਘ ਵਿਸ਼ਨੂੰ ਭਗਵਾਨ ਜੀ ਸਨ, ਨਰ ਸਿੰਘ ਦਾ ਅਵਤਾਰ ਧਾਰ ਕੇ ਸੰਸਾਰ ਵਿੱਚ ਪ੍ਰਗਟ ਹੋਏ ਸਨ। ਜਬ ਜਗ ਸੰਤ ਦੁਖ ਹੈ ਕਿਹ ਰੀਤੀ। ਕਿਸੇ ਵੀ ਰੀਤੀ ਮਰਿਆਦਾ ਨਾਲ ਜਦੋਂ ਵੀ ਸੰਸਾਰ ਵਿੱਚ ਸੰਤ ਜਿਹੜੇ ਦੁਖੀ ਹੁੰਦੇ ਹਨ, ਦੋਹਰੋ ਧਰਮ ਹੋਤ ਵਿਪਰੀਤੀ। ਫਿਰ ਧਰਮ ਜਿਹੜਾ ਹੈ ਉਹਦੀ ਰੀਤੀ ਬਿਲਕੁਲ ਉਲਟੀ ਹੋ ਜਾਂਦੀ ਹੈ। ਇਹ ਸਾਰੇ ਲੋਕ ਅਧਰਮੀ ਹੋ ਜਾਂਦੇ ਜਿਸ ਵੇਲੇ। ਤਬ ਤਨ ਧਰ ਸੰਕਟ ਜਨ ਖਾਪੂ। ਉਸ ਵੇਲੇ ਵਿਸ਼ਨੂੰ ਭਗਵਾਨ ਤਥਾ ਪਰਮੇਸ਼ਰ ਸਰੀਰ ਧਾਰ ਕੇ ਆਪਣੇ ਜਿਹੜੇ ਜਨਾਂ ਸੇਵਕਾਂ ਦੇ ਜਿਹੜੇ ਸੰਕਟ ਦੁੱਖ ਨਾਸ ਕਰਦਾ ਹੈ। ਜਗ ਮਹਿ ਦੇਹ ਧਰਮ ਕੋ ਥਾਪੂ। ਤੇ ਸੰਸਾਰ ਵਿੱਚ ਸਰੀਰ ਧਾਰ ਕੇ ਧਰਮ ਨੂੰ ਅਸਥਾਪਨ ਕਰਦਾ, ਧਰਮ ਟਿਕਾਉਂਦਾ। ਫਿਰ ਕਰ ਉਸਤਤ ਪੌਨਾ ਕੀ ਪਦ ਬੰਦਨਾ। ਕਰਕੇ ਉਸਤਤ ਮਹਾਰਾਜ ਜੀ ਦੀ ਫੇਰ ਨਮਸਕਾਰ ਕੀਤੀ ਹੈ। ਦਰਸ਼ਨ ਕਰਹੀ ਦੁਖ ਨਿਕੰਦਨਾ। ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਭਗਤ ਪ੍ਰਹਲਾਦ ਜੀ ਜੋ ਹਨ, ਦਰਸ਼ਨ ਕਰ ਰਹੇ ਹੈ ਰੱਜ ਰੱਜ ਕੇ। ਸ੍ਰੀ ਅੰਗਦ ਜੀ ਸੁਨ ਹਿਤ ਸਾਥਾ। ਭਾਈ ਬਾਲਾ ਜੀ ਕਹਿੰਦੇ ਹੈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਇਵੇਂ ਭਗਤ ਪ੍ਰਹਲਾਦ ਜੀ ਦੇ ਮੁਖੋਂ ਮੈਂ ਬੜੇ ਪ੍ਰੇਮ ਦੇ ਸਹਿਤ ਬਚਨ ਸੁਣ ਕੇ ਮੈਂ ਬੂਝਤ ਭਾ ਬਹਰੋ ਗਾਥਾ। ਮੈਂ ਫਿਰ ਭਗਤ ਜੀ ਨੂੰ ਜਿਹੜੀ ਹੈ ਉਹਨਾਂ ਦੀ ਕਥਾ ਪੁੱਛਣ ਲੱਗਾ। ਆਪਣੀ ਕਥਾ ਸੁਣਾ ਬਹੁ ਸਾਰੀ। ਇਹ ਭਗਤ ਪ੍ਰਹਲਾਦ ਜੀ ਜਿਹੜੀ ਤੁਹਾਡੀ ਆਪਣੀ ਕਥਾ ਹੈ ਸਾਰੀ, ਜਿਉ ਪ੍ਰਭ ਰਖਿਆ ਕੀਨ ਤੁਮਾਰੀ। ਜਿਹੜੀ ਤੁਹਾਡੀ ਆਪਣੀ ਕਥਾ ਸਾਰੀ ਉਹ ਸਾਨੂੰ ਸੁਣਾਓ, ਜਿਵੇਂ ਭਗਵਾਨ ਵਿਸ਼ਨੂੰ ਨੇ ਤੁਹਾਡੀ ਰੱਖਿਆ ਕੀਤੀ ਸੀ ਹਰਨਾਕਸ਼ ਦੈਂਤ ਤੋਂ। ਸਰਬ ਜਗਤ ਮਹਿ ਬਿਦਤ ਕਹਾਣੀ। ਉਂਝ ਤੇ ਸਾਰੇ ਸੰਸਾਰ ਵਿੱਚ ਪੁਰਾਣਾਂ ਦੇ ਨਾਰਾਹੀਂ ਇਹ ਜਿਹੜੀ ਕਹਾਣੀ ਕਥਾ ਪ੍ਰਗਟੀ ਹੈ ਵੀ ਭਗਤ ਪ੍ਰਹਲਾਦ ਜੀ ਨੂੰ ਵਿਸ਼ਨੂੰ ਭਗਵਾਨ ਨੇ ਬਚਾਇਆ ਸੀ ਨਰਸਿੰਘ ਰੂਪ ਹੋ ਕੇ। ਸੋ ਨਿਜ ਮੁਖ ਤੇ ਕਰੋ ਬਖਾਨੀ। ਉਹ ਆਪਣੀ ਹੁਣ ਤੁਸੀਂ ਸਾਨੂੰ ਦਰਸ਼ਨ ਦਿੱਤੇ ਹੈ, ਸੰਸਾਰ ਵਿੱਚ ਵੀ ਸੁਣਿਆ ਹੈ, ਪਰ ਤੁਸੀਂ ਪ੍ਰਤੱਖ ਸਾਨੂੰ ਮਿਲ ਰਹੇ ਹੋ।
ਆਪਣੇ ਮੁਖ ਤੋਂ ਪ੍ਰਗਟ ਰੂਪ ਵਿੱਚ ਹੀ ਸਾਰੀ ਕਥਾ ਕਥਨ ਕਰੋ ਜੀ। ਜਬ ਮਮ ਬੈਨ ਸੁਨੇ ਅਸਕਾਨਾ। ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਮੇਰੇ ਬਚਨ ਭਗਤ ਪ੍ਰਹਿਲਾਦ ਜੀ ਨੇ ਆਪਣੇ ਕੰਨਾਂ ਵਿੱਚ ਸੁਣੇ ਐ। ਬੋਲਿਓ ਤਬ ਪ੍ਰਹਿਲਾਦ ਸੁਜਾਨਾ। ਸੁਗੜ ਸੁਜਾਨ ਅੰਤਰਜਾਮਤਾ ਰੱਖਣ ਵਾਲੇ ਭਗਤ ਪ੍ਰਹਿਲਾਦ ਜੀ ਉਸ ਵੇਲੇ ਬੋਲੇ। ਪੂਰਬ ਏਕ ਸਮੈ ਜਗ ਨਾਹੂ। ਐ ਵੀ ਭਾਈ ਬਾਲਾ ਸਾਡੀ ਪਿਛਲੀ ਕਥਾ ਸੁਣੋ ਕਿ ਪਹਿਲੇ ਸਮੇਂ ਇੱਕ ਵਾਰੀ ਜੋ ਜਗਤ ਦਾ ਮਾਲਕ ਹੈ, ਸੁਆਮੀ ਹੈ, ਭਾਰਤ ਭੇ ਅਵਤਾਰ ਬਰਾਹੂ। ਉਸ ਪਰਮੇਸ਼ਰ ਨੇ ਵਿਸ਼ਨੂੰ ਰੂਪ ਹੋ ਕੇ ਜਿਹੜਾ ਵਰਾਹ ਦਾ ਅਵਤਾਰ ਧਾਰਨ ਕੀਤਾ, ਸਭ ਤੋਂ ਪਹਿਲਾਂ ਸੂਰ ਦਾ ਅਵਤਾਰ ਧਾਰਨ ਕੀਤਾ। ਮਮ ਪਿਤ ਭਰਾਤਾ ਛਿਤ ਕੋਲੀਨੇ। ਕਿਉਂਕਿ ਜੋ ਮੇਰੇ ਪਿਤਾ ਦਾ ਭਰਾ ਭਾਵ ਮੇਰਾ ਚਾਚਾ ਜੋ ਹਿਰਨ ਕਸ਼ਪ ਸੀ, ਉਹ ਧਰਤੀ ਨੂੰ ਲੈ ਕੇ ਗਇਓ ਰਸਾਤਲ ਗਰਬਦ ਗਇਓ ਰਸਾਤਲ ਗਰਬਤ ਪੀਨੇ। ਉਹ ਜਿਹੜਾ ਹੈ ਨਾ ਮੇਰਾ ਚਾਚਾ ਹਿਰਨ ਕਸ਼ਪ ਬੜੇ ਤਕੜੇ ਹੰਕਾਰ ਵਿੱਚ ਆ ਕੇ ਜਿਹੜਾ ਸਤਵਾਂ ਪਤਾਲ ਰਸਾਤਲ ਹੈ ਉਹਦੇ ਵਿੱਚ ਧਰਤੀ ਨੂੰ ਲੈ ਕੇ ਚਲਾ ਗਿਆ। ਤਿਹ ਕੋ ਮਾਰ ਲੀਨ ਤਬ ਸ਼ੋਨੀ। ਉਸ ਨੂੰ ਮਾਰ ਕੇ ਵਿਸ਼ਨੂੰ ਭਗਵਾਨ ਨੇ ਬਰਾਹ ਅਵਤਾਰ ਸੂਰ ਦਾ ਅਵਤਾਰ ਧਾਰ ਕੇ ਜਿਹੜੀ ਉਹ ਧਰਤੀ ਹੈ ਛੇਵੇਂ ਪਤਾਲ ਵਿੱਚ ਖੜੀ ਹੋਈ ਉਥੋਂ ਲੈ ਲਈ। ਅਸਥਾਪਨ ਕੀਨੀ ਜਗ ਜੋਨੀ। ਜਗਤ ਦੇ ਕਾਰਨ ਪਰਮੇਸ਼ਰ ਨੇ ਫਿਰ ਉਹ ਜਿਹੜੀ ਧਰਤੀ ਹੈ ਫਿਰ ਉੱਥੇ ਲਿਆ ਕੇ ਸਥਾਪਨ ਕਰ ਦਿੱਤੀ। ਜਬ ਤਿਹ ਮਰਨ ਸੁਨਿਓ ਪਿਤ ਮੇਰੇ। ਤੇ ਉਸ ਵੇਲੇ ਸੂਰ ਦਾ ਅਵਤਾਰ ਧਾਰਨ ਕੀਤਾ ਸੀ ਵਿਸ਼ਨੂੰ ਭਗਵਾਨ ਨੇ, ਕਿਉਂਕਿ ਬਰਾਹ ਅਵਤਾਰ ਜਿਹੜਾ ਧਾਰਿਆ ਸੂਰ ਦਾ ਅਵਤਾਰ ਹੁੰਦਾ ਹੈ। ਤੇ ਇਹ ਜਿਹੜਾ ਪ੍ਰਹਿਲਾਦ ਭਗਤ ਦਾ ਹਿਰਨ ਕਸ਼ਪ ਭਰਾ ਸੀ, ਇਹ ਜਾਣ ਕੇ ਸਮਾਧੀ ਖਲਵਾਉਂਦਾ ਸੀ। ਉਹ ਫਿਰ ਆਪਣੇ ਅੰਦਰੋਂ ਸੂਰ ਦਾ ਅਵਤਾਰ ਪ੍ਰਗਟ ਕਰਕੇ ਇਹਦੇ ਨਾਲ ਜੰਗ ਹੋਈ। ਪਤਾ ਹੀ ਨਹੀਂ ਵੀ ਕਿੰਨੇ ਵਰੇ ਜੰਗ ਹੁੰਦੀ ਰਹੀ। ਦੇਵੀ ਦੇਵਤਿਆਂ ਦੇ ਵੀ ਆਸਣ ਡੋਲ ਗਏ ਵੀ ਇਹ ਜੰਗ ਕਦੋਂ ਖਤਮ ਹੋਏਗੀ। ਅਖੀਰੀਓਂ ਫਿਰ ਆਪਣੇ ਮੁੱਖ ਦੀਆਂ ਹੁੱਡਾਂ ਮਾਰ ਕੇ ਤੇ ਹਿਰਨ ਕਸ਼ਪ ਨੂੰ ਖਤਮ ਕਰ ਦਿੱਤਾ। ਧਰਤੀ ਜਿਹੜੀ ਆਪਣੇ ਹੁੱਡਾਂ ਦੇ ਉੱਪਰ ਚੁੱਕ ਕਰਕੇ ਤੇ ਇੱਥੇ ਛੇਵੇਂ ਪਤਾਲ ਚੋਂ ਕੱਢ ਕੇ ਤੇ ਲਿਆ ਕੇ ਜਿਹੜੀ ਹੈ ਸਥਾਪਨ ਕੀਤੀ। ਪੁਰਾਣਾ ਵਿੱਚ ਕਈ ਥਾਵਾਂ 'ਤੇ ਆਉਂਦਾ ਵੀ ਸਮੁੰਦਰ ਵਿੱਚ ਲੈ ਗਿਆ ਸੀ। ਐਵੇਂ ਕੁਝ ਵੀ ਹੋਵੇ ਉਹ ਫਿਰ ਉੱਥੇ ਲਿਆ ਕੇ ਸਥਾਪਨ ਕੀਤੀ ਧਰਤੀ। ਭਰਾਤ ਸ਼ੋਕ ਜਬ ਤਿਹ ਮਰਨ ਸੁਨਿਓ ਪਿਤ ਮੇਰੇ। ਜਦੋਂ ਮੇਰੇ ਪਿਤਾ ਹਰਨਾਕਸ਼ ਨੇ ਆਪਣੇ ਭਰਾ ਹਿਰਨ ਕਸ਼ਪ ਦਾ ਮਰਨਾ ਸੁਣਿਆ ਵੀ ਉਹਦੇ ਖਤਮ ਹੋ ਗਿਆ ਹੈ, ਭਰਾਤ ਸ਼ੋਕ ਮਹਿ ਦੁਖਿਤ ਕਨੇਰੇ। ਆਪਣੇ ਭਰਾ ਦੇ ਗਮ ਵਿੱਚ ਬਹੁਤ ਦੁਖੀ ਹੋਇਆ ਮੇਰਾ ਪਿਤਾ। ਹਿਰਦੈ ਕੀਨ ਬਹੁਰ ਵੱਡ ਕ੍ਰੋਧਾ। ਉਸ ਵੇਲੇ ਹਿਰਦੇ ਵਿੱਚ ਬਹੁਤ ਕ੍ਰੋਧ ਕੀਤਾ। ਲਿਓ ਬੈਰ ਕਰ ਬਿਸ਼ਨ ਵਿਰੋਧਾ। ਇਹ ਭਾਈ ਬਾਲਾ ਫਿਰ ਮੇਰੇ ਪਿਤਾ ਨੇ ਫੁਰਨਾ ਕੀਤਾ ਮਨ ਵਿੱਚ ਵੀ ਵਿਸ਼ਨੂੰ ਨੇ ਮੇਰਾ ਭਰਾ ਮਾਰਿਆ ਹੈ, ਇਸ ਕਰਕੇ ਮੈਂ ਚੰਗਾ ਹੀ ਵੈਰ ਵਿਰੋਧ ਕਰਕੇ ਆਪਣਾ ਬਦਲਾ ਲਿਆਂਗਾ। ਨਿਜ ਦਸਨਨ ਸੋ ਅਧਰਨ ਕਾਟੇ। ਅਧਰਨ ਕਾਟੇ। ਉਸ ਵੇਲੇ ਮੇਰੇ ਪਿਤਾ ਨੇ ਆਪਣੇ ਬੁੱਲਾਂ ਜਿਹੜੇ ਦੰਦਾਂ ਦੇ ਨਾਲ ਹੀ ਬੁੱਲ ਜੇ ਕੱਟੇ ਗੁੱਸੇ ਨਾਲ। ਕਹਿਤ ਭਇਓ ਭ੍ਰਿਤਨ ਸਨ ਡਾਂਟੇ। ਭਾਈ ਬਾਲਾ ਜੀ ਫਿਰ ਜਿਹੜੇ ਨੌਕਰ ਚਾਕਰ ਸੇਵਕ ਸਨ ਉਹਨਾਂ ਨੂੰ ਡਾਂਟ ਕੇ ਤਾੜ ਕੇ ਕਿਹਾ ਵੀ ਉਹ ਨੌਕਰੋ ਸੁਣ ਲਓ ਮੇਰੇ ਪਾਸੋਂ। ਹਨਿਓ ਬਿਸ਼ਨ ਨੈ ਭਰਾਤਾ ਮੋਰਾ। ਕਹਿੰਦਾ ਵੀ ਉਹ ਨੌਕਰੋ ਸੁਣ ਲਓ ਮੇਰਾ ਜੋ ਭਰਾ ਸੀ ਨਾ ਹਿਰਨ ਕਸ਼ਪ, ਉਹ ਵਿਸ਼ਨੂੰ ਨੇ ਜਿਹੜਾ ਉਹਨੂੰ ਮਾਰਿਆ ਹੈ। ਜਿਹ ਕੋ ਹੋਤੋ ਤੇਜ ਵੱਡ ਘੋਰਾ। ਜਿਸ ਮੇਰੇ ਭਰਾ ਦਾ ਬੜਾ ਤੇਜ ਪ੍ਰਤਾਪ ਸੀ, ਬਹੁਤ ਭਿਆਨਕ ਸੀ। ਯਦਿਪ ਸਮ ਹੈ ਅਹ ਰਿਪਤ ਕੇਤੂ। ਭਾਵੇਂ ਕਿ ਕਹਿੰਦੇ ਉਹ ਵਿਸ਼ਨੂੰ ਜਿਹੜਾ ਅਹਰਿਪ
ਆ ਸੱਪਾਂ ਦਾ ਵੈਰੀ, ਗਰੜ ਦੀ ਸਵਾਰੀ ਕਰਨ ਵਾਲਾ, ਗਰੜ ਦੀ ਧੁਜਾ ਵਾਲਾ, ਗਰੜ ਪੰਛੀ ਦੇ ਸਵਾਰੀ ਕਰਨ ਵਾਲਾ ਵਿਸ਼ਨੂੰ, ਭਾਵੇਂ ਹੀ ਉਹ ਜਿਹੜਾ ਹੈ ਸਮਦ੍ਰਿਸ਼ਟੀ ਹੈ, ਵੀ ਬਰਾਬਰ ਹੀ ਵੇਖਦਾ ਸਭ ਨੂੰ। ਕਰਤ ਬਿਖਮਤਾ ਭਗਤਨ ਹੇਤੂ, ਫੇਰ ਵੀ ਉਹ ਆਪਣੇ ਭਗਤਾਂ ਵਾਸਤੇ ਆ ਬਿਖਮਤਾ ਕਠਿਨਾਈ ਜੀ ਕਰ ਲੈਂਦਾ ਹੈ, ਜਿਹੜਾ ਹੈ ਗੁੱਸਾ ਜਾ ਕਰ ਲੈਂਦਾ, ਕ੍ਰੋਧ ਵਧਾ ਲੈਂਦਾ ਉਹ, ਤੇ ਬਿਖਮਤਾ ਕਹੀਏ ਜਿਹੜਾ ਵੀ ਉਹ ਸਮਦ੍ਰਿਸ਼ਟੀ ਹੈ ਨਾ, ਉਹਨੂੰ ਛੱਡ ਦਿੰਦਾ, ਗੁੱਸੇ ਵਿੱਚ ਆ ਜਾਂਦਾ ਉਹ ਵਿਸ਼ਨੂੰ। ਗਾਤ ਲਜਾ ਬਹੁ ਕਪਟ ਪਰ ਬੀਨਾ, ਜਿਹੜੀ ਹੈ ਫਿਰ ਲੱਜਾ ਹੈ, ਇੱਜ਼ਤ ਉਹ ਵੀ ਨਾਸ ਕਰ ਲੈਂਦਾ ਹੈ, ਨਿਲੱਜ ਹੋ ਜਾਂਦਾ, ਬੇਸ਼ਰਮ ਹੋ ਜਾਂਦਾ ਹੈ, ਬਹੁਤ ਕਪਟੀਆ ਹੈ, ਛਲੀਆ ਹੈ, ਉਹ ਬੜਾ ਚਤਰ ਹੈ ਵਿਸ਼ਨੂੰ। ਆਪਣੇ ਸਿਮਰਨ ਕੇ ਹਿਤ ਭੀਨਾ, ਉਹ ਤੇ ਆਪਣੇ ਸਿਮਰਨ ਦੇ ਪ੍ਰੇਮ ਵਿੱਚ ਹੀ ਭਿੱਜਾ ਹੈ। ਜਿਹੜਾ ਕੋਈ ਉਹਦਾ ਸਿਮਰਨ ਕਰਦੇ ਉਹਦੇ ਭਗਤ, ਉਹਨਾਂ ਵਾਸਤੇ ਫਿਰ ਦੂਸਰਿਆਂ ਨੂੰ ਮਾਰਨ ਲੱਗ ਪੈਂਦਾ ਹੈ, ਖਤਮ ਕਰਨ ਲੱਗ ਪੈਂਦਾ ਹੈ ਵਿਸ਼ਨੂੰ ਭਗਵਾਨ। ਛਲ ਕਰ ਸ਼ੂਕਰ ਧਾਰ ਸਰੂਪਾ, ਸੁਣ ਲੋ ਮੇਰੇ ਨੌਕਰੋ, ਆ ਵੇਖ ਲੋ ਉਸਨੇ ਸੂਰ ਛਲ ਜਿਹਾ ਕਰਕੇ, ਸੂਰ ਦਾ ਸਰੂਪ ਧਾਰ ਕੇ, ਹਨਿਓ ਸਹੋਦਰ ਮਮ ਸੁਖ ਰੂਪਾ, ਮੇਰਾ ਜੋ ਸੁਖ ਰੂਪ ਭਰਾ ਸੀ ਹਿਰਨ ਕੱਛਪ, ਸਗੇ ਭਰਾ ਨੂੰ ਮਾਰਿਆ ਉਸਨੇ। ਵਿਜ ਸੁਰ ਕਾਰਨ ਤਿਹ ਨ ਮਾਰਾ, ਵਾ ਕੀਤਾ ਕੀ, ਕਿਉਂ ਕੀਤਾ? ਜਿਹੜੇ ਬ੍ਰਾਹਮਣ ਹੈ, ਦੇਵਤੇ ਹੈ, ਉਹਨਾਂ ਕਾਰਨ ਹੀ ਉਸਨੇ ਮਾਰਿਆ ਹੈ ਮੇਰੇ ਭਰਾ ਨੂੰ। ਭੈ ਕੀਏ ਤੇ ਜਗਤ ਮਝਾਰਾ, ਸੰਸਾਰ ਵਿੱਚ ਤੇ ਮੇਰੇ ਭਰਾ ਨੇ ਆ ਭੈ ਪਾਉਣਾ ਸੀ, ਡਰਾਉਣਾ ਧਮਕਾਉਣਾ ਸੀ ਲੋਕਾਂ ਨੇ, ਉਹਨੇ ਸਾਰੇ ਭੈ ਤੋਂ ਰਹਿਤ ਕਰ ਦਿੱਤੇ ਐ। ਆਪ ਤੁਮ ਜਾਹੋ ਖੋਜ ਜਗ ਸਾਰੋ, ਹੁਣ ਸੁਣੋ ਮੇਰੀ ਗੱਲ, ਸਾਰੇ ਸੰਸਾਰ ਵਿੱਚ ਤੁਸੀਂ ਜਾਓ ਤੇ ਲੱਭ ਲੱਭ ਕੇ, ਤਿਜ ਮਨ ਧੇਨ ਸਕਲ ਸੰਘਾਰੋ, ਜਿੱਥੇ ਬ੍ਰਾਹਮਣ ਵੇਖੋ, ਕੋਈ ਮੁਨੀ ਵੇਖੋ, ਗਊ ਵੇਖੋ, ਸਾਰੇ ਮਾਰ ਖਪਾ ਦਿਓ, ਖਤਮ ਕਰ ਦਿਓ ਸਾਰੇ। ਜਹਾਂ ਜਹਾਂ ਦੇਖੋ ਵਿਸ਼ਨ ਉਪਾਸਨਾ, ਜਿੱਥੇ ਜਿੱਥੇ ਵੀ ਕੋਈ ਵਿਸ਼ਨੂੰ ਭਗਤੀ ਕਰਨ ਵਾਲਾ ਵੇਖੋ, ਉਹਨੂੰ ਵੀ ਦੇਖ ਕੇ, ਜਹਾਂ ਤਹ ਕੀਜਾ ਬੇਗ ਬਿਨਾਸਨਾ, ਉੱਥੇ ਉੱਥੇ ਬੜੀ ਛੇਤੀ ਨਾਸ ਕਰ ਦਿਓ, ਮਾਰ ਦਿਓ, ਕਿਸੇ ਨੂੰ ਨਹੀਂ ਛੱਡਣਾ। ਅਸ ਸੁਨ ਆਇਸ ਤਬ ਹੈ ਪਵਾਲਾ, ਇਸ ਤਰ੍ਹਾਂ ਸੁਣ ਕਰਕੇ ਜੋ ਮੇਰਾ ਪਿਤਾ ਸੀ ਹਰਨਾਕਸ਼ ਭਾਈ ਬਾਲਾ, ਉਸ ਵੇਲੇ ਮੇਰੇ ਪਿਤਾ ਦੀ ਆਗਿਆ ਸੁਣ ਕੇ ਸਾਰੇ ਦੈਂਤ, ਧਾਏ ਦੈਂਤ ਵੱਡੇ ਬਿਕਰਾਲਾ, ਵੱਡੇ ਵੱਡੇ ਦੈਂਤ ਜਿਹੜੇ ਬੜੇ ਭਿਆਨਕ ਰੂਪ ਵਾਲੇ, ਬੜੇ ਦੌੜੇ ਐ, ਤਿਨ ਕੇ ਨਾਮ ਕਹੋ ਸੁਨ ਸੋ, ਉਹਨਾਂ ਦੇ ਨਾਮ ਕੀ ਹੈ ਭਾਈ ਬਾਲਾ, ਉਹ ਵੀ ਮੈਂ ਕਹਿੰਦਾ ਤੁਸੀਂ ਸੁਣੋ। ਦਵੈਸਰ ਸੰਬਰ ਨਮੋਚੀ ਜੋ, ਦਵੈਸ ਇੱਕ ਦਾ ਨਾਮ ਦਵੈਸਰ, ਫਿਰ ਸੰਬਰ ਤੇ ਨਮਚੀ ਤੀਸਰਾ, ਤੀਨ ਨੈਣ ਪੁਨ ਇਲਵਲ ਪਾਕਾ, ਇੱਕ ਦਾ ਨਾਮ ਤੀਨ ਨੈਣ, ਤਿੰਨਾਂ ਨੇਤਰਾਂ ਵਾਲਾ, ਫਿਰ ਇਲਵਲ, ਤੇ ਇੱਕ ਪਾਕਾ ਨਾਮ ਦਾ ਦੈਂਤ। ਸਕੁਨ ਭਲੋ ਮਨ ਅਤ ਬਲ ਜਾਂ ਕਾ, ਸਕੁਨ ਦੈਂਤ, ਪਲੋਮਣ ਦੈਂਤ, ਜਿਨ੍ਹਾਂ ਦਾ ਬਹੁਤ ਬਲ ਸੀ। ਵਿਪਰ ਚਿਤ ਤੇ ਆਦ ਅਪਾਰਾ, ਵਿਪਰ ਚਿਤ ਦੈਂਤ, ਇਸ ਤੋਂ ਆਦ ਬੇਅੰਤੀ ਪਾਰਾਵਾਰ ਤੋਂ ਰਹਿਤ ਕਿੰਨੇ ਕੁ ਦਸੀਏ ਜਿਹੜੇ ਉਸ ਵੇਲੇ ਗਏ ਐ। ਸੁਨਰ ਜਾਏਗੇ ਜਗਤ ਮਝਾਰਾ, ਮੇਰੇ ਪਿਤਾ ਹਰਨਾਕਸ਼ ਦੀ ਆਗਿਆ ਸੁਣ ਕੇ ਤੇ ਸਾਰੇ ਜਗਤ ਵਿੱਚ ਫੈਲ ਗਏ, ਚਲੇ ਗਏ। ਮੁਨੀਵਰ ਵਿਪਰ ਬ੍ਰਿੰਦ ਜਹਾਂ ਗਰਹੀ, ਜਿੱਥੇ ਸ੍ਰੇਸ਼ਟ ਮੁਨੀ ਸਮੂਹ ਬ੍ਰਾਹਮਣ ਰਹਿੰਦੇ ਸਨ। ਕਰਹ ਉਪਦਰਵ ਮਿਲ ਕਰ ਤਹੀ, ਜਿੰਨੇ ਆ ਮੁਖੀ ਮੁਖੀ ਗਏ ਆਪਣੀ ਸੈਨਾ ਲੈ ਕੇ, ਉੱਥੇ ਮਿਲ ਮਿਲ ਕੇ ਬੜਾ ਉਪਦਰ ਅਨਰਥ ਕਰਦੇ ਐ। ਬ੍ਰਾਹਮਣ ਨਗਰ ਕੋ ਅਗਨ ਲਗਾਵੈ, ਉਹਨਾਂ ਬ੍ਰਾਹਮਣਾਂ ਮੁਨੀਆਂ ਨੂੰ, ਗਾਵਾਂ ਨੂੰ ਮਾਰ ਰਹੇ ਐ, ਤੇ ਜਿਹੜੇ ਉੱਥੇ ਫਿਰ
ਕੋਈ ਛੋਟੇ ਪਿੰਡ ਹੈ, ਵੱਡੇ ਸ਼ਹਿਰ ਹੈ, ਉਹਨਾਂ ਨੂੰ ਅੱਗ ਲਾ ਦਿੰਦੇ। ਬਾਅਦ ਵਿੱਚ ਮਾਰਹਿ ਵਿਪਰ ਤੇਨ ਜਹ ਪਾਵਾ। ਜਿੱਥੇ ਬ੍ਰਾਹਮਣ ਵੇਖਦੇ ਆ ਜਾਂ ਗਊ ਵੇਖਦੇ ਉੱਥੇ ਹੀ ਮਾਰ ਦਿੰਦੇ ਸਨ। ਦੀਨੋ ਆਸ ਪ੍ਰਕਾਰ ਬਹੁਤ ਰਾਸਾ। ਇਸ ਤਰ੍ਹਾਂ ਹੈ ਜਿਹੜੇ ਇਹ ਦੈਂਤਾਂ ਨੇ ਜਾ ਜਾ ਕੇ ਵਿਸ਼ਨੂੰ ਭਗਤੀ ਕਰਨ ਵਾਲੇ ਬ੍ਰਾਹਮਣਾਂ ਮੁਨੀਆਂ ਨੂੰ, ਗਾਵਾਂ ਨੂੰ, ਇਸ ਤਰ੍ਹਾਂ ਜਗਤ ਦੇ ਲੋਕਾਂ ਨੂੰ ਬਹੁਤ ਡਰਾਇਆ, ਧਮਕਾਇਆ, ਡਰ ਦਿੱਤਾ। ਭਾਜੇ ਮੋਨ ਦਿਜ ਤਜੇ ਨਿਵਾਸਾ। ਮੁਨੀ ਬ੍ਰਾਹਮਣ ਉਸ ਵੇਲੇ ਆਪਣੇ ਘਰ ਛੱਡ ਕੇ ਭੱਜੇ। ਮੰਦਰ ਢਾਹੇ ਮਿਲਾ ਵਹਿ ਧੂਰੀ। ਜਿੱਥੇ ਵੀ ਆ ਵਿਸ਼ਨੂੰ ਭਗਵਾਨ ਦੇ ਮੰਦਰ ਵੇਖਦੇ ਉਹਨਾਂ ਨੂੰ ਢਾ ਕੇ ਧੂੜ ਵਿੱਚ ਮਿਲਾ ਦਿੱਤਾ, ਖੇਹ ਕਰ ਦਿੱਤੇ ਮੰਦਰ ਸਾਰੇ। ਜਗਿਆ ਹੋਮ ਤਪ ਕੀ ਸਭ ਦੂਰੀ। ਜਗ ਵੀ ਜਗ ਕਰ ਲਈਏ, ਹੋਮ ਕਰ ਲਈਏ, ਤਪ ਕਰ ਲਈਏ, ਸਾਰੇ ਦੂਰ ਕਰ ਦਿੱਤੇ, ਹਟਾ ਦਿੱਤੇ। ਵਿਆਕੁਲ ਭਈ ਪ੍ਰਜਾ ਤਬ ਭਾਰੀ। ਇਹ ਭਾਈ ਬਾਲਾ ਉਸ ਵੇਲੇ ਸਾਰੀ ਪ੍ਰਜਾ ਦੁਨੀਆ ਬੜੀ ਵਿਆਕਲ ਹੋਈ, ਘਾਬਰ ਗਈ। ਗਿਰੇ ਸੁਰਗ ਤੇ ਜੇ ਸੁਰ ਝਾਰੀ। ਸਮੂਹ ਜਿਹੜੇ ਦੇਵਤੇ ਐ ਉਹ ਵੀ ਡਰ ਨਾਲ ਆਪਣੇ ਸਵਰਗ ਤੋਂ ਆਣ ਕੇ ਡਿੱਗੇ ਧਰਤੀ ਉੱਪਰ। ਅਪਰ ਬੇਖ ਧਰ ਛਿਤ ਮਹਿ ਰਹੀ। ਉਹ ਡਿੱਗ ਕੇ ਹੋਰ ਹੀ ਭੇਖ ਧਾਰ ਕੇ ਧਰਤੀ ਵਿੱਚ ਰਹਿਣ ਲੱਗੇ। ਦੇਵਤੇ ਵੀ ਡਰਦੇ ਮਾਰੇ। ਜਗ ਹੋਮ ਕੋ ਨਾਮ ਨਾ ਕਹੀ। ਵੀ ਆ ਜਾਗੀ ਕਰ ਲਈਏ, ਆ ਕੋਈ ਹਵਨ ਹੀ ਕਰ ਲਈਏ, ਕੋਈ ਨਹੀਂ ਸੀ ਕਹਿੰਦਾ, ਕੋਈ ਨਾਮ ਹੀ ਨਹੀਂ ਸੀ ਲੈਂਦਾ ਹੋਮ ਜਗ ਦਾ। ਦੋਹਰਾ ਹਿਰਨ ਕਛਪ ਮਾਮਾ ਪਿਤਾ ਤਬ। ਇਸ ਤਰ੍ਹਾਂ ਇੱਥੇ ਹਿਰਨ ਕਸ਼ਪ ਦੀ ਥਾਂ ਪਾਠ ਹਰਨਾਕਸ਼ ਹੈ, ਕਿਉਂਕਿ ਜਿਹੜੇ ਜਿਹੜਾ ਵਿਸ਼ਨੂੰ ਪੁਰਾਣ ਹੈ ਉਹਦੇ ਵਿੱਚ ਹਿਰਨ ਕਸ਼ਪ ਨਾਮ ਲਿਖਿਆ ਹੋਇਆ ਹੈ। ਇਹ ਹਰਨਾ ਹੈ, ਪ੍ਰਹਲਾਦ ਭਗਤ ਜੀ ਦੇ ਪਿਤਾ ਦਾ ਨਾਮ ਹਿਰਨ ਕਸ਼ਪ ਸੀ। ਪੁਰਾਣਾ ਵਿੱਚ ਕਈ ਥਾਵਾਂ 'ਤੇ ਆ ਜਾਂਦਾ ਹੈ, ਪਰ ਕਿਸੇ ਥਾਂ 'ਤੇ ਹਰਨਾਕਸ਼ ਲਿਖਿਆ ਹੋਇਆ ਹੈ। ਉਂਝ ਗੁਰਬਾਣੀ ਮੁਤਾਬਕ, ਗੁਰਬਾਣੀ ਵਿੱਚ ਗੁਰੂ ਅਮਰਦਾਸ ਜੀ ਨੇ ਵੀ ਇਹੀ ਕਿਹਾ ਵੀ ਪ੍ਰਹਲਾਦ ਜੰਤ ਰਾਖ ਲਿਏ ਹਰ ਜੀਓ ਹਰਨਾਕਸ਼ ਮਾਰ ਪਚਾਇਆ। ਭਗਤ ਕਬੀਰ ਜੀ ਵੀ ਕਹਿੰਦੇ ਆ ਵੀ ਹਰਨਾਕਸ਼ ਛੇਦਿਓ ਨਖ ਵਿਦਾਰ ਹੈ। ਗੁਰੂ ਰਾਮਦਾਸ ਜੀ ਵੀ ਕਹਿੰਦੇ ਆ ਕਿ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਠਾਰ ਮਾਰਿਆ। ਗੁਰਬਾਣੀ ਵਿੱਚ ਹਰਨਾਕਸ਼ ਹੀ ਆਇਆ, ਇਸ ਤਰ੍ਹਾਂ ਹੀ ਠੀਕ ਸਮਝਣਾ ਹੈ। ਜਿੱਥੇ ਹਰਨ ਕਸ਼ਪ ਪ੍ਰਸੰਗ ਵਿੱਚ ਆਉਂਦਾ ਸ਼ਬਦ, ਉੱਥੇ ਜਿਹੜਾ ਪ੍ਰਹਲਾਦ ਭਗਤ ਜੀ ਦੇ ਪਿਤਾ ਦੇ ਸੰਬੰਧ ਵਿੱਚ ਉੱਥੇ ਹਰਨਾਕਸ਼ ਸ਼ਬਦ ਵਰਤਣਾ ਹੈ। ਹਰਨਾਕਸ਼ ਕਹਿੰਦੇ ਮੇਰੇ ਪਿਤਾ ਜੀ ਉਸ ਵੇਲੇ ਗਇਓ ਕਰਨ ਤਪ ਹੇਤ। ਤਪ ਕਰਨ ਵਾਸਤੇ ਫਿਰ ਗਏ ਐ। ਜੀਤਾ ਦਿਗ ਦਿਗਪਾਲ ਜੋਤ। ਇਹ ਫੁਰਨਾ ਕਰ ਲਿਆ ਵੀ ਜਿਹੜੇ ਦਿਸ਼ਾਵਾਂ, ਦਸੇ ਦਿਸ਼ਾਵਾਂ ਹੈ ਤੇ ਦਸੇ ਦਿਸ਼ਾਵਾਂ ਨੂੰ ਪਾਲਣ ਵਾਲੇ ਉਹਨਾਂ ਦੇ ਸਹਿਤ, ਵੀ ਜਿਹੜੇ ਦਸੇ ਦਿਸ਼ਾ ਨੂੰ ਪਾਲਣ ਵਾਲੇ ਹੈ ਉਹ ਕੌਣ ਹੈ? ਵੀ ਇੱਕ ਤੇ ਜਿਹੜਾ ਹੈ ਇੰਦਰ ਦੇਵਤਾ, ਦੂਸਰਾ ਵੰਨੀ ਯਮ ਤੇ ਨੈਰਿਤ ਕਾਰਨ ਮਰਤ ਕੁਬੇਰ ਈਸ਼ ਬ੍ਰਹਮਾ ਅਨੰਤ। ਇਸ ਤਰ੍ਹਾਂ ਜਿਹੜੇ 10 ਦਿਗਪਾਲ ਹੈ ਵੀ ਇਹਨਾਂ ਸਮੇਤ ਹੀ ਸਾਰੇ। ਯਹ ਸੰਕਲਪ ਸਮੇਤ। ਇਹ ਸੰਕਲਪ ਦੇ ਸਮੇਤ ਤਪ ਕਰਨ ਗਿਆ ਵੀ ਇਹ ਜਿਹੜੇ ਦਸੇ ਦਿਸ਼ਾ ਨੂੰ ਪਾਲਣ ਵਾਲੇ ਨਾ, ਇੰਦਰ ਆਦਿਕ ਬ੍ਰਹਮਾ ਆਦਿਕ, ਇਹ ਸਾਰੇ ਜਿੱਤ ਲੈਣੇ ਐ। ਚੌਪਈ ਦਿੜ ਵਿਚਾਰ ਯਾ ਕਰ ਔਰ ਆਪੋ। ਆਪਣੇ ਹਿਰਦੇ ਵਿੱਚ ਮੈਂ ਪੱਕੀ ਸੋਚ ਵਿਚਾਰ ਕਰਕੇ ਲੱਗਿਓ ਕਰਨਾ ਤਪ ਸਹਿਤ ਸੰਤਾਪੋ। ਭਾਈ ਬਾਲਾ ਜੀ ਬੜੇ ਕਠਿਨਾਈ ਦੇ ਸਹਿਤ
ਆ ਸੰਤਾਪ ਦੇ ਸਹਿਤ ਫਿਰ ਮੇਰਾ ਪਿਤਾ ਤਪ ਕਰਨ ਲੱਗਿਆ। ਹਿਰਨਾਕਸ਼ ਮੰਦਰ ਗਿਰ ਦਰੋਣੀ ਪਰ ਠਾਡਾ, ਜਿਹੜਾ ਮਦਰਾਂਚਲ ਪਹਾੜ ਹੈ ਉਹਦੀ ਚੋਟੀ ਉੱਪਰ ਜਾ ਖੜਾ ਹੋਇਆ ਮੇਰਾ ਪਿਤਾ। ਮਹਾ ਉਗਰ ਤਪ ਸੋ ਹਿਤ ਬਾਡਾ, ਮਹਾਨ ਕਠਨ ਉਗਰ ਤਪ ਵਿੱਚ ਹੀ ਮੇਰੇ ਪਿਤਾ ਦਾ ਜਿਹੜਾ ਪ੍ਰੇਮ ਵਧਿਆ ਵਧਾਇਆ। ਪੂਰਤ ਬਾਹੋ ਜਟਾ ਸਮ ਭਾਨਾ, ਉਸ ਵੇਲੇ ਤਪ ਕਰਨ ਲੱਗਿਆਂ ਜਿਹੜੀਆਂ ਬਾਹਾਂ ਉਹ ਉੱਚੀਆਂ ਕਰ ਲਈਆਂ ਤੇ ਜਿਹੜੀਆਂ ਜੜਾਵਾਂ ਸਨ ਸਰੀਰ ਦੀਆਂ ਉਹ ਸੂਰਜ ਵਾਂਗ ਚਮਕਣ ਲੱਗੀਆਂ। ਛਿਤ ਪਰ ਪਗ ਅੰਗੁਸ਼ਟ ਟਿਕਾਨਾ, ਛੇ ਧਰਤੀ ਉੱਪਰ ਪੈਰ ਦਾ ਜਿਹੜਾ ਅੰਗੂਠਾ ਉਹੀਓ ਟਿਕਾਇਆ ਕੱਲਾ। ਤਿਹ ਅਲੰਬ ਠੰਡ ਖਿਤ ਕਾਲਾ, ਭਾਈ ਬਾਲਾ ਕਿਤਨਾ ਸਮਾਂ ਹੀ ਮੇਰਾ ਪਿਤਾ ਉਹ ਪੈਰ ਦੇ ਅੰਗੂਠੇ ਉੱਪਰ ਹੀ ਕਿੰਨਾ ਲੰਬਾ ਸਮਾਂ ਹੀ ਖੜਾ ਰਿਹਾ। ਉਸੇ ਤਰ੍ਹਾਂ ਕੀਨ ਕਠਨ ਤਪ ਜਬ ਹੈ ਵਿਸਾਲਾ, ਜਦੋਂ ਬੜਾ ਹੀ ਕਠਨ ਤਪ ਕੀਤਾ ਅੰਗੂਠੇ ਭਾਰ ਹੋ ਕੇ। ਜਟ ਤੇ ਅਗਨ ਧੂਮ ਪ੍ਰਕਾਸ਼ਾ, ਉਹ ਤਪ ਕਰਕੇ ਜਿਹੜੀਆਂ ਜੜਾਵਾਂ ਸਰੀਰ ਦੀਆਂ ਉਹ ਕੇਸਾਂ ਦੀਆਂ ਤੇ ਉਹਦੇ ਵਿੱਚੋਂ ਅੱਗ ਨਿਕਲੀ ਹੈ। ਅੱਗ ਦੇ ਧੂਏ ਦਾ ਪ੍ਰਕਾਸ਼ ਨਿਕਲਿਆ ਬਹੁਤ। ਪਸਰ ਪਰਿਓ ਸੋ ਚਾਹ ਦਿਸ ਪਾਸਾ, ਜੜਾਵਾਂ ਚ ਅਗਨੀ ਚ ਧੂਆਂ ਪ੍ਰਕਾਸ਼ਿਆ ਜੋ ਚਾਰੇ ਪਾਸੇ ਧੂਆਂ ਧੂਆਂ ਫੈਲ ਗਿਆ। ਅਦ ਊਰਦ ਸਭ ਜਗਤ ਮਝਾਰੀ, ਹੇਠਾਂ ਵੀ ਉੱਪਰ ਵੀ ਸਾਰੇ ਜਗਤ ਵਿੱਚ ਹੀ ਉਹ ਤਪ ਕਰਕੇ ਧੂਆਂ ਫੈਲ ਗਿਆ। ਤਿਹ ਤੇ ਵਿਆਕੁਲ ਸੁਰ ਨਰ ਝਾਰੀ, ਸਮੂਹ ਜਿਹੜੇ ਦੇਵਤੇ ਆ ਉਸ ਧੂਏ ਨੂੰ ਦੇਖ ਕਰਕੇ ਤਪ ਨੂੰ ਦੇਖ ਕਰਕੇ ਬੜੇ ਵਿਆਕਲ ਹੋਏ, ਘਬਰਾਹਟ ਚ ਹੋ ਗਏ। ਸ਼ੁਭਤ ਸਿੰਧ ਤਾਰਾਗਨ ਗਿਰਹੀ, ਜਿਹੜੇ ਹੈ ਨਾ ਸ਼ੁਭਤ ਕਹੀਏ ਸੁੰਦਰ ਹੈ, ਸਮੁੰਦਰ ਵਿੱਚ ਵੀ ਤੂਫਾਨ ਆ ਗਏ। ਤਾਰੇ ਵੀ ਆਕਾਸ਼ ਵਿੱਚੋਂ ਡਿੱਗਣ ਲੱਗੇ ਝੜ ਝੜ ਕੇ। ਦਹ ਦਿਸ ਪਰਲਾ ਜਵਾਲ ਜਨ ਜਰਹੀ, ਦਹੇ ਦਿਸ਼ਾ ਵਿੱਚ ਹੀ ਮਾਨੋ ਵੀ ਪਰਲੋ ਦੀ ਅਗਨੀ ਬਲ ਰਹੀ ਹੈ, ਐਸੀ ਅਗਨੀ ਨਿਕਲੀ ਹੈ। ਦੀਪ ਸਹਤ ਛਿਤ ਸਰਬ ਵਿਸਾਲਾ, ਸੱਤੇ ਦੀਪਾਂ ਦੇ ਸਹਿਤ ਤੇ ਧਰਤੀ ਸਾਰੀ ਦੇ ਸਮੇਤ। ਸਾਲ ਸੰਪੂਰਨ ਪਾਪ ਚਾਲਾ, ਸਾਰੇ ਜਿਹੜੇ ਸੰਪੂਰਨ ਪਹਾੜ ਹੈ ਉਹਨਾਂ ਵਿੱਚ ਵੀ ਜਿਹੜਾ ਭੁਚਾਲ ਆ ਗਿਆ। ਵੱਡੋ ਤਰਾਸ ਧਰ ਔਰ ਸੁਰ ਸਾਰੇ, ਵੱਡਾ ਜਿਹੜਾ ਡਰ ਸੀ ਉਹ ਹਿਰਦੇ ਵਿੱਚ ਸਾਰੇ ਦੇਵਤੇ ਧਾਰ ਕੇ। ਕਮਲਾਸਨ ਕੇ ਪਾਸ ਪਧਾਰੇ, ਕਮਲ ਉੱਪਰ ਆਸਣ ਲਾਉਣ ਵਾਲੇ ਜੋ ਬ੍ਰਹਮਾ ਜੀ ਬ੍ਰਹਮਪੁਰੀ ਵਿੱਚ ਬੈਠੇ ਹੋਏ ਸੀ ਉਸ ਪਾਸ ਚਲੇ ਗਏ ਸਾਰੇ ਦੇਵਤੇ। ਬੰਧਨ ਕਰ ਨਿਜ ਬਿਨਾ ਸੁਨਾਈ, ਨਮਸਕਾਰ ਕਰਕੇ ਆਪਣੀ ਬੇਨਤੀ ਸੁਣਾਈ ਵੀ ਹੇ ਬ੍ਰਹਮਾ ਜੀ। ਕਾਸਨ ਚਿੰਤ ਤੁਮ ਲੋਕਨ ਰਾਈ, ਇਹ ਲੋਕਾਂ ਦੇ ਰਾਜਾ ਬ੍ਰਹਮਾ ਜੀ ਕਿਸ ਤਰ੍ਹਾਂ ਤੁਸੀਂ ਜਿਹੜਾ ਚਿੰਤਾ ਤੋਂ ਰਹਿਤ ਬੇਫਿਕਰ ਹੋ ਕੇ ਬੈਠੇ ਹੋ ਇੱਥੇ। ਹਿਰਨ ਕਛਪ ਤਪ ਕਰਤ ਕਠੋਰਾ, ਹਰਨਾਕਸ਼ ਪੜਨਾ ਇੱਥੇ। ਹਰਨਾਕਸ਼ ਜਿਹੜਾ ਹੈ ਉਹ ਤੇ ਬਹੁਤ ਸਖਤ ਕਠੋਰੀ ਤਪ ਕਰ ਰਿਹਾ ਹੈ। ਜਗ ਮਹਿ ਭੈ ਪਸਰਿਓ ਚਹੋਰਾ, ਚਾਰੇ ਤਰਫ ਹੀ ਉਹਦੇ ਤਪ ਕਰਕੇ ਸੰਸਾਰ ਵਿੱਚ ਭੈ ਹੀ ਭੈ ਫੈਲ ਗਿਆ, ਡਰ ਹੋ ਗਿਆ ਸਭ ਨੂੰ। ਇੱਕ ਛਿਨ ਧੀਰ ਨਾ ਰਹਤ ਹਮਾਰੀ, ਇਹ ਬ੍ਰਹਮਾ ਜੀ ਸਾਡੇ ਹਿਰਦੇ ਵਿੱਚ ਤੇ ਇੱਕ ਛਿਨ ਵੀ ਜਿਹੜੀ ਧੀਰ ਜੀ ਨਹੀਂ ਰਹਿ ਰਹੀ, ਹੌਸਲਾ ਹੀ ਨਹੀਂ ਪੈ ਰਿਹਾ। ਤਿਹ ਉਪਸ਼ਮ ਕੋ ਕਰਹੁ ਵਿਚਾਰੀ, ਉਸ ਤਪ ਦੀ ਨਿਵਰਤੀ ਵਾਸਤੇ ਤੁਸੀਂ ਕੋਈ ਨਾ ਕੋਈ ਤੇ ਸੋਚ ਵਿਚਾਰ ਕਰੋ ਹੀ ਕਰੋ। ਲੋਕ ਤੁਮਾਰ ਨਾ ਨਾਸਹਿ ਜਾਵਦ, ਜਦ ਤੱਕ ਆ ਤੁਹਾਡਾ ਲੋਕ ਨਹੀਂ ਨਾ ਨਾਸ ਹੋ ਜਾਂਦਾ। ਆਪ ਪਾਏ ਕਰਹੁ ਕੋ ਤਾਵਦ, ਉਹ ਕਹਿੰਦਾ ਹੈ ਵੀ ਹਰਨਾਕਸ਼ ਜਿਹੜਾ ਉਸ ਉਦੋਂ ਤੱਕ ਜਿਹੜਾ ਆਪਣਾ ਉਪਾਅ ਯਤਨ ਕਰੇਗਾ ਜਦੋਂ ਤੱਕ ਤੁਹਾਡਾ ਲੋਕ ਨਹੀਂ ਨਾਸ ਹੋ ਜਾਂਦਾ। ਉਹ ਕਹਿੰਦਾ ਵੀ ਮੈਂ ਸਾਰੀਆਂ ਜਿਹੜੀਆਂ ਦਿਸ਼ਾਵਾਂ ਨੂੰ ਪਾਲਣ ਵਾਲੇ ਜਿੱਤ ਲੈਣੇ ਆ। ਇਸ ਤਰ੍ਹਾਂ ਸਮਝ ਲੈਣਾ ਤੇ ਫਿਰ ਇਸ ਤਰ੍ਹਾਂ ਵੀ ਵੇਖ ਲੈਣਾ, ਸਮਝ ਲੈਣਾ ਵੀ ਹੇ ਬ੍ਰਹਮਾ ਜੀ ਜਦੋਂ ਤੱਕ ਤੁਹਾਡਾ ਲੋਕ
ਬ੍ਰਹਮਪੁਰੀ ਨਾਸਨੀ ਨਾ ਹੁੰਦੀ, ਉਹਨਾਂ ਚਿਰ ਤੱਕ ਤੁਸੀਂ ਨਾ ਕੋਈ ਤੇ ਜਿਹੜਾ ਯਤਨ ਉਪਾਏ ਹੀਲਾ ਕਰ ਹੀ ਲਓ। ਹਮ ਸੁਧ ਸੁਣੀ ਕਾਨ ਜਗ ਮਾਹੂ, ਅਸਾਂ ਨੇ ਦੇ ਸੰਸਾਰ ਪਾਸੋਂ ਕੰਨਾਂ ਵਿੱਚ ਇਹੀ ਖਬਰਸਾਰ ਸੁਣੀ ਹੈ। ਲੈਨ ਬ੍ਰਹਮਪੁਰ ਕੀ ਤਿਹ ਚਾਹੂ, ਪਿਓਸ ਹਰਨਾਕਸ਼ ਨੂੰ ਬ੍ਰਹਮਪੁਰੀ ਲੈਣ ਦੀ ਚਾਹਨਾ ਹੈ। ਕਹਿੰਦਾ ਵੀ ਬ੍ਰਹਮੇ ਨੂੰ ਹਟਾ ਕੇ ਮੈਂ ਬੈਠਣਾ ਬ੍ਰਹਮਪੁਰੀ ਵਿੱਚ। ਪਾਪ ਪੁੰਨ ਕੋ ਭੇਦ ਮਿਟਾਊ, ਵੀ ਪਾਪ ਕੀ ਹੈ ਪੁੰਨ ਕੀ ਹੈ ਭੇਦ ਮੈਂ ਮਿਟਾ ਕੇ ਰੱਖ ਦਿਆਂਗਾ। ਮੈਂ ਕਹਿ ਦਿਆਂਗਾ ਵੀ ਨਾ ਕੋਈ ਪਾਪ ਨਾ ਕੋਈ ਪੁੰਨੀ ਹੈ। ਅਪਰ ਰੀਤ ਜਗ ਬੀਚ ਚਲਾਓ, ਹੋਰ ਹੀ ਜਿਹੜੀ ਰੀਤੀ ਹੈ ਉਹ ਸੰਸਾਰ ਵਿੱਚ ਚਲਾ ਦਿਆਂਗਾ ਮਰਜ਼ੀ ਨਾਲ ਬੈਠ ਕੇ। ਹਸ ਪ੍ਰਕਾਰ ਜੋ ਹੋਏ ਕਦਾਪੀ, ਇਸ ਪ੍ਰਕਾਰ ਦੀ ਗੱਲ ਜੇ ਕਿਤੇ ਬ੍ਰਹਮਾ ਜੀ ਕਿਤੇ ਹੋ ਹੀ ਗਈ, ਮਿਟੇ ਵੇਦ ਵਿਦ ਪੁੰਨ ਰੂਪਾਪੀ, ਜਿਹੜੀ ਵੇਦਾਂ ਦੀ ਵਿਧੀ ਹੈ ਮਰਿਆਦਾ ਹੈ ਉਹ ਖਤਮ ਹੋ ਜਾਏਗੀ। ਪੁੰਨ ਪਾਪ ਸਾਰੇ ਮਿਟ ਜਾਣਗੇ। ਲੋਕ ਕਹਿਣਗੇ ਨਾ ਕੋਈ ਪੁੰਨ ਨਾ ਕੋਈ ਪਾਪ, ਜੋ ਮਰਜ਼ੀ ਕਰੋ। ਅਬ ਜਸ ਉਚਿਤ ਆਪ ਤਸ ਕਰੀਏ। ਇਸ ਤਰ੍ਹਾਂ ਬ੍ਰਹਮਾ ਜੀ ਹੁਣ ਜਿਸ ਤਰ੍ਹਾਂ ਯੋਗ ਹੈ ਉਸੇ ਤਰ੍ਹਾਂ ਦਾ ਯਤਨ ਆਪ ਕਰਾ ਲਈਏ। ਨਾਥ ਜਗਤ ਸੰਕਟ ਪਰ ਹਰੀਏ, ਇਹ ਸਾਡੇ ਦੇਵਤਿਆਂ ਦੇ ਮਾਲਕ ਬ੍ਰਹਮਾ ਜੀ ਸੰਸਾਰ ਦਾ ਜਿਹੜਾ ਸੰਕਟ ਦੁੱਖ ਉਹਨੂੰ ਨਾਸ ਕਰੀਏ। ਗੋ ਦਵਿਜ ਤੇਨ ਜੇ ਸੰਤ ਮਹਾਨਾ, ਜਿਹੜੇ ਕੋਈ ਗਊ ਗਰੀਬ ਹੈ ਬ੍ਰਾਹਮਣ ਹਨ ਗਾਵਾਂ ਹਨ ਤੇ ਜਿਹੜੇ ਸੰਤ ਮਹਾਨ ਹੈ ਕਮਾਈ ਵਾਲੇ। ਕਰਨਹਾਰ ਸਭ ਕੇ ਕਲਿਆਣਾ, ਤੁਸੀਂ ਇਹਨਾਂ ਸਾਰਿਆਂ ਦੇ ਕਰਨ ਵਾਲੇ ਸੁਖ ਰਾਜੀ ਖੁਸ਼ੀ ਕਰਨ ਵਾਲੇ ਸਭ ਨੂੰ ਖੁਸ਼ੀ ਖੇਮ ਦੇਣ ਵਾਲੇ ਓ ਜੀ। ਸਗਰੇ ਕਰਮ ਧਰਮ ਕੇ ਸੇਤੂ, ਸਾਰੇ ਜਿਹੜੇ ਧਰਮ ਦੇ ਕਰਮ ਹੈ ਉਹਨਾਂ ਦੇ ਤੁਸੀਂ ਪੁਲ ਵਾਂਗ ਆਸਰਾ ਹੋ। ਤੁਮ ਭੂਤਨ ਕੇ ਕਰਤਾ ਹੇਤੂ, ਤੁਸੀਂ ਆ ਜੀਵਾਂ ਦੇ ਭਲਾ ਕਰਨ ਵਾਲੇ ਹੋ। ਤੁਸੀਂ ਜਿਹੜੇ ਹੈ ਜੀਵਾਂ ਨੂੰ ਸੁਖੀ ਕਰਨ ਵਾਲੇ ਹੋ ਜੀ। ਸੁਨ ਬਿਰਾਂਚ ਅਮਰਨ ਕੀ ਬਾਣੀ, ਅਮਰਨ ਕੀ ਬਾਣੀ ਸੁਣ ਕਰਕੇ ਬ੍ਰਹਮਾ ਨੇ ਦੇਵਤਿਆਂ ਦੀ ਬਾਣੀ ਨਿਜ ਹਿਤ ਕੀ ਲਖ ਕਰ ਸਨਮਾਨੀ, ਆਪਣੇ ਭਲੇ ਦੀ ਜਾਣ ਕਰਕੇ ਬੜੀ ਸਨਮਾਨ ਕੀਤਾ ਉਹਨਾਂ ਦੀ ਬਾਣੀ ਬਚਨ ਦਾ ਵੀ ਤੁਸੀਂ ਠੀਕ ਹੀ ਕਹਿ ਰਹੇ ਹੋ ਮੈਨੂੰ। ਗਮਨਿਓ ਦੈਤ ਰਾਜ ਕੇ ਪਾਸਾ, ਉਸ ਵੇਲੇ ਭਾਈ ਬਾਲਾ ਜੀ ਜੋ ਦੈਤ ਰਾਜ ਦਾ ਰਾਜਾ ਮੇਰਾ ਪਿਤਾ ਹਰਨਾਕਸ਼ ਸੀ ਉਸ ਦੇ ਪਾਸ ਚਲਿਆ ਗਿਆ ਬ੍ਰਹਮਾ। ਕਰਤ ਕਠਨ ਥੋ ਤਪ ਜਿਹ ਆਸਾ, ਜਿਸ ਤਰਫ ਮੇਰਾ ਪਿਤਾ ਬੜਾ ਕਠਨ ਤਾਪੀ ਕਰ ਰਿਹਾ ਸੀ ਪਤਾ ਹੀ ਨਹੀਂ ਵੀ ਕਿੰਨੀ ਉਮਰ ਤੱਕ। ਸੋ ਤਹ ਠਾਨ ਦੇਤ ਦਿਖਾਈ, ਉਹ ਜਿੱਥੇ ਮੇਰਾ ਪਿਤਾ ਤਪ ਕਰ ਰਿਹਾ ਸੀ ਉਹ ਥਾਂ ਤੇ ਕਹਿੰਦੇ ਦਿਖਾਈ ਨਹੀਂ ਸੀ ਦਿੰਦਾ ਵੀ ਕਿੱਥੇ ਹੈ ਹਰਨਾਕਸ਼ ਤਪ ਕਰਦਾ। ਤ੍ਰਿਣ ਤਰ ਲਤਾ ਦੇ ਦੇਹ ਸਭ ਛਾਈ, ਮੇਰੇ ਪਿਤਾ ਦਾ ਜਿਹੜਾ ਸਰੀਰ ਹੈ ਉਹਦੇ ਉੱਪਰ ਜਿਹੜੇ ਹੈ ਘਾਹ ਹੀ ਘਾਹ ਹੋਇਆ ਸੀ। ਆਸੇ ਪਾਸੇ ਰੁੱਖ ਵੇਲਾਂ ਦੇ ਨਾਲ ਹੀ ਸਰੀਰ ਭਰਿਆ ਪਿਆ ਸੀ ਮੇਰੇ ਪਿਤਾ ਦਾ। ਭੇਦ ਸਰੀਰ ਕੁਸ਼ਾ ਕੋ ਵਿਆਹਾ, ਵਿਊਹਾ ਕਹਿੰਦੇ ਹੈ ਵੀ ਜਿਹੜਾ ਹੈ ਨਾ ਸਮੂਹ ਦੱਬ ਦੇ ਨਾਲ ਹੀ ਮੇਰੇ ਪਿਤਾ ਦਾ ਸਰੀਰ ਵਿੰਨਿਆ ਹੋਇਆ ਸੀ। ਵਿੱਚੋਂ ਦੀ ਨਿਕਲੇ ਹੋਏ ਸਨ ਉਹ ਦੱਬ ਦੇ ਜਿਹੜੇ ਘਾਹ। ਬੇਨ ਬ੍ਰਿਛ ਕੇ ਖਰੇ ਸਮੂਹਾ, ਆਸੇ ਪਾਸੇ ਬਾਂਸ ਦੇ ਜਿਹੜੇ ਬਹੁਤ ਜ਼ਿਆਦੇ ਰੋਖੇ ਖੜੇ ਸਨ। ਬਾਂਬੀ ਜਿਹ ਕੇ ਤਨ ਚਹ ਓਰੇ, ਜਿਸ ਮੇਰੇ ਪਿਤਾ ਦੇ ਚਾਰੇ ਤਰਫ ਹੀ ਜਿਹੜੀ ਸਿਉਂਕ ਦੀ ਮਿੱਟੀ ਦੇ ਵਰਮੀਆਂ ਹੁੰਦੀਆਂ ਸੱਪਾਂ ਦੀਆਂ ਖੁੱਡਾਂ ਦੀਆਂ ਮਿੱਟੀ ਹੁੰਦੀ ਹੈ ਉਹ ਵਰਮੀ ਬਣੀ ਹੋਈ ਸੀ। ਅਸਥ ਮਾਤਰ ਰਹਿ ਗਏ ਤਹ ਜੋਰੇ, ਮੇਰੇ ਪਿਤਾ ਜੀ ਦੇ ਜਿਹੜੇ ਸਰੀਰ ਆ ਉਹ ਤੇ ਹੱਡੀਆਂ ਮਾਤਰ ਹੀ ਰਹਿ ਗਿਆ, ਜੋੜ ਹੀ ਦਿਖਦੇ ਸਨ ਸਾਰੇ। ਤੁਜਾ ਭੇਦ ਸ਼ਰੋਨਤ ਤੁਜਾ ਮੇਦ ਸ਼ਰੋਨਤ ਪੁਨ ਮਾਸੂ, ਆ ਜਿਹੜੀ ਕੋਈ ਸਰੀਰ ਦੀ ਚਮੜੀ ਹੈ
ਆ ਮੇਦ ਕਹੀਏ ਮੇਜ ਹੈ, ਖੂਨ ਹੈ, ਪੁੰਨ ਜਿਹੜਾ ਮਾਸ ਹੈ। ਭਿਖ ਗੀ ਸਭ ਵੇਖ ਕੇ ਪੜ ਗਈ ਗਾਣਿਆ ਭਖ ਗਈ। ਭਖ ਗੀ ਸਭ ਪਪੀਲ ਕਾ ਤਾਸੂ। ਉਸ ਸਰੀਰ ਨੂੰ ਜਿਹੜੀਆਂ ਕੀੜੀਆਂ ਸਾਰੀਆਂ ਹੀ ਖਾਏ ਗਈਆਂ ਸਨ, ਤੋੜ ਤੋੜ ਕੇ ਮਾਸ ਨੂੰ, ਖੂਨ ਨੂੰ ਸਭ ਪੀ ਗਈਆਂ ਸਨ। ਜਾਂ ਬਾਂਬੀ ਤ੍ਰਿਣ ਮਾਹੇ ਪ੍ਰਕਾਸ਼ੇ। ਇਉਂ ਪਰ ਮੇਰੇ ਪਿਤਾ ਜੀ ਦਾ ਜਿਹੜਾ ਸਰੀਰ ਬਚਿਆ ਖੁਚਿਆ ਵਰਮੀ ਵਿੱਚ, ਤੇ ਵਰਮੀ ਦੇ ਕਿਣਕਿਆਂ ਵਿੱਚ ਐ ਪ੍ਰਕਾਸ਼ ਦਾ ਸੀ। ਮਨ ਹਉ ਮੇਘ ਮੈਂ ਦਿਨ ਕਰ ਭਾਸੇ। ਮਾਨੋ ਕਿ ਬੱਦਲਾਂ ਵਿੱਚ ਜਿਵੇਂ ਸੂਰਜੀ ਪ੍ਰਤੀਤ ਹੋਵੇ ਚਮਕਦਾ। ਤਪ ਕਠਨੀ ਅਵਲੋਕ ਵਿਧਾਤਾ। ਐਸੀ ਕਠਨ ਤਪ ਨੂੰ ਵੇਖ ਕੇ ਬ੍ਰਹਮਾ ਵਿਸਮਿਓ ਹਿਰਦੈ ਨਾ ਕਾਛ ਕਹਿ ਜਾਤਾ। ਹਿਰਦੇ ਵਿੱਚ ਬ੍ਰਹਮਾ ਵੀ ਅਚਰਜ ਹੋ ਗਿਆ, ਕੁਝ ਜਾਣਿਆ ਹੀ ਨਹੀਂ ਸੀ ਜਾਂਦਾ ਵੀ ਇੰਨਾ ਤਪ। ਉੱਚੇ ਸੁਰ ਸੋ ਗਿਰਾ ਉਚਾਰੀ। ਉਸ ਵੇਲੇ ਉੱਚੀ ਸੁਰ ਨਾਲ ਹੀ ਇਹ ਬਾਣੀ ਕਹੀ। ਉਠ ਸੁਤ ਜਗੇ ਸੁਕ੍ਰਿਤ ਫਲ ਭਾਰੀ। ਉਹ ਬੋਲੇ ਹੈ ਬ੍ਰਹਮਾ ਜੀ, ਹੇ ਮੇਰੇ ਪੁੱਤਰ ਹਰਨਾਕਸ਼ ਉੱਠ, ਜਿਹੜੇ ਸ੍ਰੇਸ਼ਟ ਕੀਤੇ ਹੋਏ ਤੇਰੇ ਕਰਮ ਹੈ ਨਾ, ਉਹਨਾਂ ਦਾ ਅੱਜ ਫਲ ਜਾਗ ਗਿਆ ਹੈ। ਪੂਰਬ ਤਪ ਨਾ ਕੀਨ ਆਸ ਕਾਹੀ। ਇਹ ਮੇਰੇ ਪੁੱਤਰ ਅੱਜ ਤੱਕ ਤੇ ਪਹਿਲਾਂ ਕਿਸੇ ਨੇ ਐਸਾ ਤਪ ਕੀਤਾ ਹੀ ਨਹੀਂ ਹੈ। ਆਗੇ ਕੋ ਨਾ ਕਰ ਜਗ ਮਾਹੀ। ਜਿਹੋ ਜਿਹਾ ਤਪ ਤੂੰ ਕਰ ਦਿੱਤਾ ਹਰਨਾਕਸ਼ ਪੁੱਤਰ, ਇਹ ਅੱਗੇ ਵੀ ਕੋਈ ਜਗਤ ਦੇ ਵਿੱਚ ਐਸਾ ਤਪ ਨਹੀਂ ਕਰੇਗਾ ਤੇ ਨਾ ਕਿਸੇ ਨੇ ਕੀਤਾ। ਇਹ ਬਿਲਕੁਲ ਸੱਚੀ ਹੈ। ਦਿਵਯ ਬਰਖ ਛਤ ਨੀਰ ਬਹੀਨਾ। ਤੂੰ ਤੇ ਬਿਨਾਂ ਹੀ ਪਾਣੀ ਪੀਤੇ ਤੋਂ ਦਿਵ ਵਰਸ਼ ਜਿਹੜਾ 100 ਦਿਵ ਵਰਸ਼ ਤਪ ਕੀਤਾ ਹੈ। ਇਤਨਾ ਤਕੜਾ ਤਪ ਕੀਤਾ ਹੈ। ਇਹ ਦਿਵ ਵਰਸ਼ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਤਕੜੀ ਹੈ। ਇਸ ਤਰ੍ਹਾਂ ਜਿਹੜੇ ਸਾਡੇ ਸਾਧ ਸੰਗਤ ਜੀ 24 ਘੰਟੇ ਹੋਣ ਤੇ ਦਿਨ ਰਾਤ ਹੁੰਦੀ, ਇੱਕ ਦਿਨ ਪੂਰਾ ਹੁੰਦਾ ਹੈ। 365 ਜਾਂ 360 ਦਿਨ ਹੋਣ ਤੇ ਸਾਡਾ ਸਾਲ, ਸਾਡਾ ਇੱਕ ਸਾਲ ਤੇ ਦੇਵਤਿਆਂ ਦਾ ਇੱਕ ਦਿਨ ਬਣਦਾ ਹੈ। ਤੇ ਜਿਹੜਾ ਬ੍ਰਹਮਾ ਹੈ ਉਹਦਾ ਤੇ ਦਿਨ ਹੋਰ ਵੀ ਬਹੁਤ ਅੱਗੇ ਹੈ। ਐਵੇਂ ਯੁੱਗਾਂ ਦੀ ਉਮਰ ਲਿਖੀ ਹੋਈ ਵੀ 17,28,000 ਸਤਯੁੱਗ ਦੀ ਜਿਹੜੀ ਵਰਿਆਂ ਦੀ ਉਮਰ ਹੈ, ਪ੍ਰਿਥਵੀ ਦੇ ਵਰਿਆਂ ਦੀ, ਸਾਲਾਂ ਦੀ। 12,86,000 ਪ੍ਰਿਥਵੀ ਦੇ ਵਰਿਆਂ ਸਾਲਾਂ ਦੀ ਤ੍ਰੇਤੇ ਯੁੱਗ ਦੀ ਉਮਰ ਹੈ। ਤੇ 8,64,000 ਦੁਆਪਰ ਦੇ ਸਾਲਾਂ ਦੀ ਉਮਰ ਹੈ। ਇੰਨੀ ਦੁਆਪਰ ਦੀ ਉਮਰ ਹੈ ਯੁੱਗ ਦੀ। 4,32,000 ਕਲਯੁੱਗ ਦੇ ਸਾਲਾਂ ਦੀ ਉਮਰ ਹੈ। ਕਲਯੁੱਗ ਦੇ ਜਿਹੜਾ ਹੈ ਉਹਦੀ ਉਮਰ ਹੈ 4,32,000। ਤੇ ਚੌਹਾਂ ਯੁੱਗਾਂ ਦੀ ਜਿਹੜੀ ਹੈ ਵਰਿਆਂ ਦੀ ਜੇ ਜੋੜ ਕਰੀ 43,20,000 ਬਣਦਾ ਹੈ। ਸਾਰੇ ਯੁੱਗਾਂ ਦੀ ਉਮਰ, ਉਹਨੂੰ ਇੱਕ ਚੌਂਕੜੀ ਕਿਹਾ ਜਾਂਦਾ ਹੈ। ਇਹੋ ਜਿਹੀ ਚੌਂਕੜੀ 1,000 ਹੋ ਜਾਵੇ ਤੇ ਬ੍ਰਹਮਾ ਦਾ ਦਿਨ ਹੀ ਦਿਨ ਬਣਦਾ ਹੈ। ਫਿਰ 1,000 ਚੌਂਕੜੀ ਇਹੋ ਜਿਹੀ ਹੋਰ ਹੋ ਜਾਵੇ ਤੇ ਬ੍ਰਹਮਾ ਦੀ ਰਾਤ ਬਣਦੀ ਹੈ, ਭਾਵ 2,000 ਚੌਂਕੜੀ। ਤੇ ਉਹਦਾ ਕਿੰਨਾ ਹਿਸਾਬ ਬਣਦਾ ਹੈ। ਤੇ ਜਿਹੜਾ ਜਦੋਂ ਬ੍ਰਹਮਾ ਦਾ ਇੱਕ ਦਿਨ ਰਾਤ ਦਿਨ ਪੂਰਾ ਬਣ ਜਾਵੇ 2,000 ਚੌਂਕੜੀ ਦਾ, ਉਹਨੂੰ ਕਲਪ ਕਿਹਾ ਜਾਂਦਾ ਹੈ। ਤੇ ਜਿਹੜਾ ਇੱਕ ਸਾਲ ਹੋਵੇ, ਐਸੇ ਦਿਨਾਂ ਦਾ ਮਹੀਨਾ, ਐਸੇ ਦਿਨਾਂ ਦਾ ਸਾਲ, ਉਹਨੂੰ ਦਿਵ ਵਰਸ਼ ਕਿਹਾ ਜਾਂਦਾ ਹੈ। ਤੇ ਭਾਈ ਵੀਰ ਸਿੰਘ ਜੀ ਨੇ ਇੱਥੇ ਉਹ ਵੀ ਦਿਵ ਵਰਸ਼ ਸੰਸਾਰ ਸਾਡੇ ਲੋਕਾਂ ਦੇ ਕਿੰਨੇ ਸਾਲ ਬਣਦੇ ਦੀ ਗਿਣਤੀ ਕੀਤੀ ਹੈ ਥੋੜ੍ਹੀ ਜਿਹੀ ਲਿਖ ਕਰਕੇ। 31 ਖਰਬ 10 ਅਰਬ 40 ਕਰੋੜ ਇਹ ਸਾਡੇ ਪ੍ਰਿਥਵੀ ਦੇ ਸਾਲ ਹੋਣ, ਇੱਕ ਦਿਵ ਵਰਸ਼ ਬਣਦਾ ਹੈ। ਇੱਕ ਸਾਲ ਬਣਦਾ ਬ੍ਰਹਮਾ ਦਾ। ਇਹੋ ਜਿਹਾ 100 ਸਾਲ ਹੋ ਜਾਵੇ ਤੇ ਫਿਰ ਜਾ ਕੇ ਜਿਹੜਾ ਬ੍ਰਹਮਾ ਦੀ ਮੌਤ ਹੁੰਦੀ। ਤੇ ਇੱਥੇ ਉਹ ਜ਼ਿਕਰ ਆ ਰਿਹਾ ਹੈ, ਇਹਨੂੰ
ਅਤ ਉਪਮਾ ਅਲੰਕਾਰ ਗਿਆ ਜਾਂਦਾ ਵੀ ਅਤੀ ਉਪਮਾ ਅਲੰਕਾਰ ਦੇਣਾ। ਇਹ ਵਿਦਵਾਨਾਂ ਨੇ ਕਿਹਾ ਹੋਇਆ ਵੀ ਭਾਵੇਂ ਨਾ ਨਾਂ ਵੀ ਹੋਵੇ ਪਰ ਜਦੋਂ ਉਪਮਾ ਕਰਨੀ ਤੇ ਬੇਨਤੀ ਕਰ ਦੇਣੀ। ਇੱਥੇ ਹੁਣ ਸਾਖੀ ਮੁਤਾਬਕ ਆ ਰਿਹਾ ਵੀ ਬ੍ਰਹਮਾ ਜੀ ਨੇ ਕਿਹਾ ਵੀ ਇਹ ਹਰਨਾਕਸ਼ ਮੇਰੇ ਪੁੱਤਰ ਤੂੰ ਤੇ ਐਸਾ ਤਪ ਕੀਤਾ ਵੀ ਜਿਸ ਨੇ ਬਿਨਾ ਜਲ ਛਕੇ ਤੋਂ ਹੀ ਦਿਵ ਵਰਸ਼ 100 ਵਰਸ਼ ਜਿਹੜਾ ਤੂੰ ਤਪ ਕੀਤਾ ਮਹਾਨ। ਪ੍ਰਾਨ ਰਖੇ ਬਿਨਾ ਆਸਨਾ ਪਰਬੀਨਾ। ਵੇ ਸਿਆਣੇ ਹਰਨਾਕਸ਼ ਤੂੰ ਤੇ ਬਿਨਾ ਭੋਜਨ ਛਕੇ ਤੋਂ ਆਪਣੇ ਪ੍ਰਾਣ ਰੱਖੇ ਐ ਵੀ ਭੋਜਨ ਨਹੀਂ ਛਕਿਆ ਤੇ ਕਿੰਨਾ ਕਠਨ ਤਪ ਕੀਤਾ ਤੁਸਾਂ। ਤਪ ਅਵਲੋਕ ਕਠਨ ਵੱਡ ਤੇਰੋ। ਤੇਰਾ ਐਸਾ ਹੀ ਕਠਨ ਤਪ ਦੇਖ ਕਰਕੇ ਹਿਰਦੈ ਰਹਿ ਨਾ ਧੀਰਜ ਮੇਰੋ। ਮੇਰੇ ਵੀ ਹਿਰਦੇ ਵਿੱਚ ਧੀਰਜ ਨਹੀਂ ਰਹਿ ਰਹੀ ਵੀ ਇੰਨਾ ਤਪ ਤੇ ਮੈਂ ਬ੍ਰਹਮਾ ਨੇ ਵੀ ਨਹੀਂ ਕੀਤਾ। ਤਪ ਪ੍ਰਭਾਵ ਕੇ ਜੀਤਾ ਮੋਹੀ। ਹੇ ਹਰਨਾਕਸ਼ ਪੁੱਤਰ ਤੂੰ ਤਪ ਦੇ ਪ੍ਰਭਾਵ ਨਾਲ ਹੀ ਮੈਨੂੰ ਜਿੱਤ ਲਿਆ ਹੈ। ਉਠ ਜਾਚੋ ਬੰਛਤ ਦਿਓ ਤੋਹੀ। ਤੂੰ ਉੱਠ ਕੇ ਮੰਗ ਜੋ ਤੂੰ ਮੰਗਦਾ ਹੈ ਉਹ ਤੈਨੂੰ ਅੱਜ ਮੈਂ ਦੇ ਦਿਆਂਗਾ। ਲੱਖ ਅਮੋਗ ਮਮ ਦਰਸ਼ਨ ਜੋਈ। ਮੇਰਾ ਜੋ ਦਰਸ਼ਨ ਹੈ ਉਹਨੂੰ ਤੂੰ ਅਮੋਗ ਸਫਲ ਹੀ ਜਾਣ ਲਾ। ਅਮੋਗ ਬਾਣ ਵਾਂਗ ਜਿਵੇਂ ਉਹ ਨਹੀਂ ਖਾਲੀ ਜਾਂਦਾ। ਦਿਓ ਵਸਤ ਜੋ ਹੋਈ। ਜੋ ਵੀ ਵਸਤ ਹੋਏਗੀ ਨਾ ਦੇਣ ਵਾਲੀ ਉਹ ਵੀ ਤੈਨੂੰ ਦੇ ਦਿਆਂਗਾ ਮੈਂ ਬ੍ਰਹਮਾ। ਅਸ ਕਹਿ ਤਿਨ ਤਨ ਕੇ ਤ੍ਰਿਣ ਟਾਰੇ। ਇਸ ਤਰ੍ਹਾਂ ਕਹਿ ਕਰਕੇ ਹੇ ਭਾਈ ਬਾਲਾ ਮੇਰੇ ਪਿਤਾ ਦੇ ਬ੍ਰਹਮਾ ਜੀ ਨੇ ਸਰੀਰ ਦੇ ਉੱਪਰੋਂ ਜਿਹੜੇ ਕੱਖ ਕਾਣ ਘਾਹ ਵਰਮੀਆਂ ਢਾਉਣੀਆਂ ਕੀਤੀਆਂ। ਲੈ ਕਰ ਮਹਿ ਜਲ ਅੰਜੁਲ ਡਾਰੇ। ਆਪਣੇ ਬੁੱਕ ਦੇ ਵਿੱਚ ਚਿੱਟਾ ਉਜਲ ਜਲ ਲੈ ਕੇ ਮੇਰੇ ਪਿਤਾ ਦੇ ਸਰੀਰ ਉੱਪਰ ਪਾਇਆ ਤੇ ਉਹ ਸਰੀਰ ਨੂੰ ਧੋਤਾ। ਇਸ ਤਰ੍ਹਾਂ ਪ੍ਰਹਲਾਦ ਭਗਤ ਜੀ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਨੂੰ ਭਾਈ ਮਰਦਾਨਾ ਜੀ ਨੂੰ ਆਪਣੇ ਆਦਿ ਕਥਾ ਸੁਣਾ ਰਹੇ ਹੈ। ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮੇਂ ਲਿਹਾਜ਼ ਨਾਲ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਿਚਾਰਾਂ ਦੀ ਇੱਥੇ ਸਮਾਪਤੀ ਹੈ। ਲੱਖ ਅਮੋਗ ਮਮ ਦਰਸ਼ਨ ਜੋਈ। ਦਿਓ ਅਦਿਓ ਵਸਤ ਜੋ ਹੋਈ। ਅਸ ਕਹਿ ਤਿਨ ਤਨ ਕੇ ਤ੍ਰਿਣ ਟਾਰੇ। ਲੈ ਕਰ ਮਹਿ ਜਲ ਅੰਜੁਲ ਡਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ